ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਣੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਮੈਂ ਨਾਹੀ ਕਿਛ ਹਉ ਨਾਹੀ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਊਚਾ ਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ, ਰਾਖਨ ਕਉ ਸਮਰੱਥ। ਹਮੇ ਦਿਸ਼ਟ ਸ਼ੁਭ ਕਰੇ, ਹਰੇ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੇ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਤ ਦਰਿਆਓ, ਜਨਮ ਹਮ ਕਾਲਖਤ ਹੋਵੈ। ਸੋ ਕਹੋ ਟਲ ਗੁਰ ਸੇਵੀਐ, ਐਨ ਸਹਿ ਸੁਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਅਸ਼ਟਪਦੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬਰ ਛਤਰ ਤਖ਼ਤ ਦੇ ਮਾਲਕ, ਜੁਗੋ ਜੁਗ ਅਟਲ, ਗੱਦੀ ਤੇ ਬਿਰਾਜਮਾਨ, ਹਾਲਤ ਪਲਤ ਦੇ ਸਵਾਰਨਹਾਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਸਾਡੇ ਤੇ ਅਪਾਰ ਬਖਸ਼ਿਸ਼ ਮਿਹਰਮਤ ਕੀਤੀ, ਸਾਨੂੰ ਆਪਣੀ ਗੋਦ ਵਿੱਚ ਲੈ ਆਂਦਾ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਗੁਰੂ ਸਾਹਿਬ ਸਾਨੂੰ ਰੋਜ਼ ਬਾਣੀ ਦੀ ਵਿਚਾਰ ਸਮਝਾ ਰਹੇ ਆ, ਲੜੀਵਾਰ ਸਮਝਾ ਰਹੇ ਆ। ਪਹਿਲਾਂ ਜਪ ਤੋਂ ਸ਼ੁਰੂ ਕੀਤਾ, ਹੌਲੀ ਹੌਲੀ ਦੱਸਦੇ ਗਏ। ਫਿਰ ਇਹ ਗੱਲ ਸਮਝਾਈ ਕਿ ਸਿਮਰਨ ਦੇ ਨਾਲ ਕੀ ਕੀ ਹੋ ਜਾਂਦਾ। ਸੁਖਮਨੀ ਬਾਣੀ ਦੇ ਵਿੱਚ ਸਾਨੂੰ ਸ਼ੁਰੂਆਤ ਜਦੋਂ ਕਰਾਈ ਗੁਰੂ ਸਾਹਿਬ ਨੇ ਸਿਮਰਨ ਤੋਂ, ਹੌਲੀ ਹੌਲੀ ਅੱਗੇ ਚੱਲਦੇ ਗਏ। ਫਿਰ ਗੁਰੂ ਸਾਹਿਬ ਵੇਖੋ ਕਿੱਡੇ ਢੰਗ ਦੇ ਨਾਲ ਸਮਝਾਉਂਦੇ ਆ। ਪਤਾ ਲੱਗਦਾ ਜਦੋਂ ਕੋਈ ਬੰਦਾ ਸਿਮਰਨ ਸ਼ੁਰੂ ਕਰਦਾ, ਹੌਲੀ ਹੌਲੀ ਉਹਨੂੰ ਗੁਰੂ ਸਾਹਿਬ ਆਪਣੀ ਗੋਦ ਵਿੱਚ ਬਿਠਾਉਂਦੇ ਆ ਤੇ ਗੁਰੂ ਸਾਹਿਬ ਉਸ ਤਰੀਕੇ ਨਾਲ ਸਮਝਾਉਂਦੇ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਹੌਲੀ ਹੌਲੀ ਗੁਰੂ ਸਾਹਿਬ ਨੂੰ ਪਤਾ ਸੀ ਇਹਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਣੀ ਆ, ਤੇ ਗੁਰੂ ਸਾਹਿਬ ਨੇ ਫਿਰ ਉਹ ਲੱਛਣ ਦੱਸੇ ਕਿ ਕੀ ਕੀ ਲੱਛਣ ਹੋਣੇ ਚਾਹੀਦੇ ਆ, ਕਿਵੇਂ ਦਾ ਸਿਸਟਮ ਹੋਣਾ ਚਾਹੀਦਾ ਸਾਰਾ, ਉਹ ਗੱਲ ਸਮਝਾਈ। ਗੁਰੂ ਸਾਹਿਬ ਸਾਨੂੰ ਬਹੁਤ ਸਹੀ ਜਿਹੜੀ ਇੱਕ ਸਿੱਖਿਆ ਵਾ, ਸਟੀਕ ਸਿੱਖਿਆ ਦਿੰਦੇ ਆ। ਸੋ ਅੱਜ ਦਾ ਸ਼ਲੋਕ ਜਿਹੜਾ ਅਸ਼ਟਪਦੀ ਨਾਲ 4 ਬੰਦ ਅਗਲੇ ਆ, ਗੁਰੂ ਸਾਹਿਬ ਕਹਿੰਦੇ ਸੁਖੀ ਬਸੇ ਮਸਕੀਨੀਆਂ, ਮਸਕੀਨੀ ਸੁਭਾਅ ਵਾਲਾ ਮਨੁੱਖ ਹਮ ਗਰੀਬ, ਮਸਕੀਨ ਪ੍ਰਭ ਤੇਰੇ ਰਾਖ ਰਾਖ ਹੋਰ ਵੱਡਾ। ਬਹੁਤ ਗਰੀਬੀ ਸੁਭਾਅ ਵਾਲਾ ਬੰਦਾ ਮਨੁੱਖ ਕਹਿ ਲੋ, ਕਹਿੰਦੇ ਸੁਖੀ, ਹਉਮੈ ਛੱਡ ਕੇ, ਹਉਮੈ ਹੀ ਦੁੱਖ ਦਾ ਕਾਰਨ ਆ। ਦੁਖੀ ਕਰਦਾ ਕੌਣ ਆ? ਹਉਮੈ। ਜੇ ਵੇਖੋ ਕਿਸੇ ਬੰਦੇ ਦੇ ਪੈਰ ਜਦੋਂ ਕੋਈ ਕੰਡਾ ਚੁੱਭਦਾ ਤੇ ਉਹ ਦੁਖੀ ਹੁੰਦਾ। ਜਦੋਂ ਤੇ ਪੈਰ 'ਚ ਕੁਛ ਵੱਜਦਾ ਵਾ ਨਾ, ਕੰਡਾ ਵੱਜਦਾ, ਉਹ ਦੁਖੀ ਹੁੰਦਾ ਉਦੋਂ। ਤੇ ਹਉਮੈ ਦਾ ਕੰਡਾ ਜਿਉਂ ਜਿਉਂ ਚੱਲੇ, ਚੁਭੇ ਦੁੱਖ ਪਾਵੇ ਜਮਕਾਲ, ਸਹਿ ਸਹਿ ਡੰਡਾ ਹੈ। ਤੇ ਫਿਰ ਜਮਾਂ ਦਾ ਡੰਡਾ ਸਿਰ ਤੇ ਆ ਟਿਕਦਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਾ, ਇਹ ਦੁੱਖ ਦਾ ਹੀ ਕਾਰਨ ਬਣਦੀਆਂ। ਇਹ ਦੁੱਖ ਦਾ ਹੀ ਕਾਰਨ ਬਣਦੀਆਂ ਵਾ। ਭਾਵੇਂ ਪੈਰ 'ਚ ਕੰਡਾ ਚੁਭੇ ਹਉਮੈ ਦਾ, ਤੇ ਭਾਵੇਂ ਜਮਦੂਤਾਂ ਦਾ ਡੰਡਾ ਬਾਅਦ ਵਿੱਚ ਸਿਰ ਦੇ ਵਿੱਚ ਆ ਜਾਂਦਾ, ਪਰ ਹੈ ਇਹ ਸਾਰੀਆਂ ਦੁੱਖ ਦਾ ਹੀ ਕਾਰਨ ਆ। ਗੁਰੂ ਸਾਹਿਬ ਕਹਿੰਦੇ ਮਸਕੀਨੀ ਸੁਭਾਅ ਵਾਲਾ ਆਪਾ ਭਾਵ ਜਿਹੜਾ ਦੂਰ ਕਰ ਲੈਂਦਾ, ਨੀਵਾਂ ਹੋ ਕੇ ਰਹਿੰਦਾ, ਆਪ ਨਿਵਾਰ ਤਲੇ, ਨੀਵਾਂ ਹੋ ਕੇ, ਤਲੇ ਹੇਠਾਂ ਨੀਵਾਂ ਹੋ ਕੇ ਰਹਿੰਦਾ। ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ, ਕਹਿੰਦੇ ਵੱਡੇ ਵੱਡੇ ਜਿਹੜੇ ਅਹੰਕਾਰ ਕਰਨ ਵਾਲੇ ਮਨੁੱਖ ਹੀ, ਜਿਹੜੇ ਅਹੰਕਾਰ ਦੇ ਵਿੱਚ ਹੀ ਗਲ ਜਾਂਦੇ ਆ। ਅਹੰਕਾਰ ਭਾਵੇਂ ਉਹ ਪੈਸੇ ਦਾ ਹੋਵੇ, ਭਾਵੇਂ ਜ਼ਮੀਨ ਦਾ ਹੋਵੇ, ਕੋਈ ਵੀ ਅਹੰਕਾਰ ਹੋਵੇ ਬੰਦੇ ਦੇ ਅੰਦਰ, ਭਾਵੇਂ ਆਪਣੇ ਸੁਪਨ ਦਾ ਹੋਵੇ, ਆਪਣੀ ਜਵਾਨੀ ਦਾ ਹੋਵੇ, ਕਹਿੰਦੇ ਨਹੀਂ, ਉਹ ਸਾਰੇ ਹੀ ਪੈਰਾਂ ਦੇ ਵਿੱਚ, ਕਹਿੰਦੇ ਉਹ ਇੱਕ ਦਿਨ ਗਲ ਜਾਂਦੇ ਆ ਇਸੇ ਅਹੰਕਾਰ ਦੇ ਵਿੱਚ। ਤੇ ਫਿਰ ਅੱਗੇ ਸਾਰੀ ਉਹਦੀ ਇੱਕ ਕਹਿ ਲਓ ਕਿ ਡੈਫੀਨੇਸ਼ਨ ਦੱਸੀ ਗੁਰੂ ਸਾਹਿਬ ਨੇ। ਅਹੰਕਾਰ ਦੀ ਗੱਲ ਕੀਤੀ ਪਹਿਲਾਂ। ਸੁਖੀ ਉਹੀ ਵੱਸ ਸਕਦਾ ਜਿਹੜਾ ਆਪਣੇ ਆਪ ਦਾ, ਜਿਹਨੇ ਆਪਣੇ ਆਪ ਨੂੰ ਢਾਲ ਲਿਆ ਗਰੀਬੀ ਸੁਭਾਅ ਦੇ ਵਿੱਚ, ਦੂਜੇ ਤੇ ਗਲ ਗਏ। ਭਾਵੇਂ ਕਿਸੇ ਵੀ ਪ੍ਰਕਾਰ ਦਾ ਕਿਉਂ ਨਾ ਅੰਦਰ ਹੰਕਾਰ ਹੋਵੇ, ਰਾਜ ਦਾ ਹੋਵੇ, ਜੋਬਨ ਦਾ ਹੋਵੇ, ਆਪਣੇ ਚੰਗੇ ਕੰਮ ਕਰਨ ਵਾਲਾ, ਉਹ ਵੀ ਕਈ ਵਾਰੀ ਵੇਖੋ ਉਸ ਹੰਕਾਰ ਦੇ ਵਿੱਚ ਵੱਧ ਜਾਂਦਾ। ਤਾਂ ਗੁਰੂ ਸਾਹਿਬ ਨੇ ਲਿਖਿਆ ਨਾ, ਪਾਠ ਪੜ੍ਹੇ ਵਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, 5 ਜਨਾਂ ਸੋ ਸੰਗ ਨਾ ਛੁਟ ਗਿਓ, ਅਦੇ ਕੰਮ ਬੁੱਧ ਬਾਧੇ। ਸਗੋਂ ਤੂੰ ਹੋਰ ਹੰਗਤਾ ਵਾਲੀ ਬੁੱਧੀ ਦੇ ਵਿੱਚ ਵੱਜ ਗਿਆ, ਤੂੰ ਸਗੋਂ ਹੋਰ ਹੰਗਤਾ ਵਾਲੀ ਬੁੱਧੀ ਦੇ ਵਿੱਚ ਵੱਜ ਗਿਆ। ਮੈਂ ਤੇ ਪਾਠੀ ਹਾਂ, ਮੈਂ ਤੇ ਇੰਨੇ ਪਾਠ ਕਰ ਲਿਆ। ਪਿਆਰੇ ਨਿਮਿਤ ਮਿਲਣ ਨਾ ਜਾਈ, ਮਿਲਣਾ ਤੇ ਵਾਹਿਗੁਰੂ ਨਹੀਂ।
ਮਿਲਣਾ ਤੇ ਵਾਹਿਗੁਰੂ ਨੂੰ ਹੀ ਸੱਚਖੰਡ ਜਾਣਾ ਸੀ, ਪਰ ਤੂੰ ਨਹੀਂ ਜਾ ਸਕਿਆ। ਕਿਉਂ? ਕਿਉਂਕਿ ਤੂੰ ਹੰਕਾਰ ਦੇ ਕਿੱਲੇ ਦੇ ਨਾਲ ਵੱਜ ਗਿਆ। ਤੇ ਜਿਹੜਾ ਬੰਦਾ ਕਿੱਲੇ ਦੇ ਨਾਲ ਵੱਜਾ ਵਾ, ਉਹਨੂੰ ਕਹੀਏ ਤੂੰ ਫਲਾਣੇ ਥਾਂ ਚਲੇ ਜਾ, ਨਹੀਂ ਜਾ ਸਕਦਾ। ਕਿਉਂ? ਉਹ ਵੱਜਾ ਵਾ। ਪਹਿਲਾਂ ਕਹੂਗਾ ਮੈਨੂੰ ਇੱਥੋਂ ਖੋਲੋ ਰੱਸੀ, ਮੇਰੀ ਖੋਲੋ, ਫਿਰ ਮੈਂ ਆਜ਼ਾਦ ਹੋਊਂਗਾ, ਫਿਰ ਜਿੱਥੇ ਆਖੋਗੇ ਜਾਊਂਗਾ। ਤੇ ਬਸ ਉਸੇ ਕਿੱਲੇ ਦੇ ਨਾਲ ਵੱਜ ਗਿਆ, ਭਾਵੇਂ ਉਹ ਧਨ ਭੂਮ ਦਾ ਕਿਉਂ ਨਾ ਹੋਵੇ, ਭਾਵੇਂ ਉਹ ਧਨ ਦਾ ਕਿਉਂ ਨਾ ਹੋਵੇ। ਬਹੁਤ ਮੈਂ ਧਨਾੜ ਆ, ਹੈ ਹੰਕਾਰੀ ਆ। ਕੰਮ ਇਹਨਾਂ ਸਾਰਿਆਂ ਦਾ ਇੱਕੋ ਜਿਹਾ ਹੀ ਆ। ਕਹਿ ਲਓ ਕਿ ਜ਼ਹਿਰ ਆ ਨਾ, ਉਹਦੇ ਵੱਖਰੀਆਂ ਵੱਖਰੀਆਂ ਕਿਸਮਾਂ ਵਾ, ਉਹਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ, ਪਰ ਹੈ ਉਹ ਜ਼ਹਿਰ ਆ। ਕੰਮ ਉਹਨਾਂ ਦਾ ਇੱਕੋ ਹੀ ਆ ਕਿ ਬੰਦੇ ਨੂੰ ਮਾਰ ਦੇਣਾ, ਸਰੀਰ ਦੇ ਵਿੱਚ ਚਲੇ ਜਾਣਾ ਤੇ ਮਾਰ ਦੇਣਾ। ਭਾਵੇਂ ਕੋਈ ਸਿੱਧਾ ਸੰਖੀਆ ਖਾ ਲੇ, ਭਾਵੇਂ ਕੋਈ ਉਹਦੀ ਹੋਰ ਕਿਸਮ ਖਾ ਲੇ, ਪਰ ਹੈ ਉਹ ਜ਼ਹਿਰ ਹੀ ਆ। ਇਸ ਕਰਕੇ ਗੁਰੂ ਸਾਹਿਬ ਸਾਨੂੰ ਬਾਰ-ਬਾਰ ਇਹ ਗੱਲ ਸਮਝਾ ਰਹੇ ਆ ਕਿ ਤੂੰ ਧਰਮਰਾਜ ਦੀ ਖੁਆਰੀ ਤੋਂ ਬਚ ਜਾ, ਬਚ ਜਾ, ਤੂੰ ਗੁਰੂ ਦੀ ਕਿਰਪਾ ਦੇ ਹੇਠ ਆ ਜਾ, ਕਿਰਪਾ ਲੈ ਲਾ, ਕਿਰਪਾ ਦਾ ਪਾਤਰ ਬਣ ਜਾ। ਭਾਵੇਂ ਤੂੰ ਕਰੋੜਾਂ ਹੀ ਕਰਮ ਕਰ ਲਾ, ਪਰ ਇਹ ਹਉਮੈ ਅੰਦਰੋਂ ਨਹੀਂ ਜਾਣੀ। ਜਿੰਨੀ ਮਰਜ਼ੀ ਜਪ ਤਪ ਕਰ ਲਾ, ਜੋ ਮਰਜ਼ੀ ਕਰ ਲਾ, ਬਾਰ-ਬਾਰ ਜੰਮਦਾ ਮਰਦਾ ਰਹੇਗਾ, ਗੇੜਾ ਉਹੀ ਸਿਰ ਤੇ ਪਿਆ ਰਹਿਣਾ ਵਾ। ਤੇ ਫਿਰ ਇਹਨਾਂ ਨੂੰ ਕਰਨ ਦਾ ਕੀ ਫਾਇਦਾ? ਫਿਰ ਇਹਨਾਂ ਨੂੰ ਕੀ ਕਰਨ ਦਾ ਫਾਇਦਾ? ਦਰਗਾਹ ਦੇ ਵਿੱਚ ਨਹੀਂ ਤੂੰ ਪਹੁੰਚ ਸਕਦਾ, ਕਿਵੇਂ ਚਲੇ ਜਾਏਗਾ ਤੂੰ? ਇਹ ਸਾਰੇ ਕਰਮ ਕਾਂਡ ਕਰਕੇ ਕਿਵੇਂ ਦਰਗਾਹ ਦੇ ਵਿੱਚ ਕਿਵੇਂ ਪਹੁੰਚ ਜਾਏਗਾ? ਕਿਵੇਂ ਸੁਰਖਰੂ ਹੋ ਜਾਏਗਾ ਉੱਥੇ? ਨਹੀਂ ਪਹੁੰਚਿਆ ਜਾਣਾ। ਇਸ ਕਰਕੇ ਇਹ ਸਾਰੇ ਛੱਡ ਦੇ। ਜੇ ਤੂੰ ਇਹ ਕਹੇਗਾ ਕਿ ਮੈਂ ਕੁਛ ਕਰਦਾ ਵਾਂ, ਮੈਂ ਕੁਛ ਕਰਦਾ ਵਾਂ, ਉਹਨਾਂ ਚਿਰ ਨਹੀਂ, ਉਹਨਾਂ ਚਿਰ ਤੂੰ ਸੁਖੀ ਨਹੀਂ ਹੋਣਾ। ਤੈਨੂੰ ਅੰਦਰੋਂ ਤੂੰ ਦੁਖੀ ਰਹਿਣਾ ਵਾ, ਤੂੰ ਅੰਦਰੋਂ ਦੁਖੀ ਰਹਿਣਾ ਵਾ। ਤੈਨੂੰ ਕੋਈ ਕਹਿੰਦਾ ਹਾਂ ਤੂੰ ਨਹੀਂ ਕੀਤਾ ਇਹ ਕੰਮ, ਤੂੰ ਕਹੇ ਹਾਂਜੀ ਵਾਹਿਗੁਰੂ ਜੀ ਮੈਂ ਕਰ ਹੀ ਨਹੀਂ ਸਕਦਾ, ਮੇਰੇ ਕੋਲ ਹੋ ਵੀ ਨਹੀਂ ਸਕਦਾ। ਬਸ ਇਹ ਨਹੀਂ ਜਤਾਉਣਾ ਕਿ ਮੈਂ ਕੀਤਾ ਵਾ। ਇਹੀ ਤੇ ਗੁਰੂ ਸਾਹਿਬ ਬਾਰ-ਬਾਰ, ਵੇਖੋ ਸਾਰਾ ਸੁਖਮਨੀ ਸਾਹਿਬ ਪੜ੍ਹਦੇ ਆ, ਕਿੰਨੀਆਂ ਸੁਸਾਇਟੀਆਂ ਬਣੀਆਂ ਹੁੰਦੀਆਂ, ਬੀਬੀਆਂ ਪੜ੍ਹਦੀਆਂ, ਉਹੀ ਲੜਦੀਆਂ ਘਰ ਜਾ ਕੇ। ਬੀਬੀਆਂ ਪੜ੍ਹਦੀਆਂ, ਉਹੀ ਲੜਦੀਆਂ। ਕਿਉਂ? ਕਿਉਂਕਿ ਜੇ ਬਾਣੀ ਸਾਡੇ ਅੰਦਰ ਨਹੀਂ ਨਾ ਗਈ। ਉਹ ਆਪਣੀ ਸੱਸ ਨੂੰ ਕਹਿੰਦੀਆਂ ਵੀ ਆਹ ਕੰਮ ਮੈਂ ਕੀਤਾ, ਤੂੰ ਕਿੱਦਾਂ ਕਹਿੰਦੀ ਤੂੰ ਕੀਤਾ? ਹਨਾ, ਉਹ ਇਸ ਤਰੀਕੇ ਦੇ ਨਾਲ ਉਹ ਫਿਰ ਲੜਾਈ ਦਾ ਕਾਰਨ ਆ। ਇਹਦਾ ਮਤਲਬ ਸੁੱਖ ਨਹੀਂ ਆਇਆ। ਕਿਉਂ? ਤੇ ਜੀ ਇਹ ਪੰਕਤੀਆਂ ਅੰਦਰ ਨਹੀਂ ਗਈਆਂ। ਜਬ ਲੱਗ ਜਾਣੇ ਮੁਝ ਤੇ ਕਿਛ ਹੋਏ, ਤਬ ਇਸ ਕਹੋ ਸੁੱਖ ਨਾਹੀਂ ਕੋਏ। ਪੁੱਤਰਾ ਨਾ ਜਿਹੜਾ ਸੁਖੀ ਨਹੀਂ ਤੂੰ ਹੋਣਾ, ਜਿੰਨਾ ਚਿਰ ਤੂੰ ਇਹ ਸਮਝਦਾ ਨਾ ਵੀ ਮੈਂ ਕੁਛ ਕਰ ਸਕਦਾ, ਮੈਂ ਕਰਦਾ ਵਾਂ, ਉਹਨਾਂ ਚਿਰ ਨਹੀਂ ਗੱਲ ਬਣਨੀ, ਉਹਨਾਂ ਚਿਰ ਨਹੀਂ ਗੱਲ ਬਣਨੀ। ਭਾਈਆਂ ਦਾ ਵੀ ਇਹੀ ਹਾਲ ਆ, ਗ੍ਰੰਥੀ ਭਾਈਆਂ ਦਾ ਕਹਿ ਲਓ, ਇਹੀ ਹਾਲ ਹੈ। ਕਹਿਣ ਤੋਂ ਭਾਵ ਕਿਸੇ ਦੇ ਅੰਦਰ ਇਹ ਪੰਕਤੀਆਂ ਗਈਆਂ ਨਹੀਂ, ਕਿਸੇ ਦੇ ਅੰਦਰ ਇਹ ਪੰਕਤੀਆਂ ਅਜੇ ਤੱਕ ਵਿਚਾਰ ਕੇ ਅੰਦਰ ਨਹੀਂ ਖੜੀਆਂ। ਜਿਸ ਤਰ੍ਹਾਂ ਦਵਾਈ ਦੀ ਤਰ੍ਹਾਂ ਬਾਣੀ ਅੰਦਰ ਜਾਣੀ ਚਾਹੀਦੀ ਸੀ ਤੇ ਸਾਡਾ ਜੀਵਨ ਬਦਲ ਜਾਂਦਾ, ਉਹ ਨਹੀਂ। ਕਾਲ ਕਲੇਸ਼ ਤਨ ਮਹਿ ਮਿਟਾਵੋ, ਤੇ ਬਸ ਉਹ ਜਿਹੜੇ ਪੜ੍ਹਨ ਰਹੇ ਹੁੰਦੇ ਆ, ਉਹਨਾਂ ਨੇ ਸਪੀਕਰ, ਉਹ ਦੂਜਾ ਕਹਿੰਦਾ ਸਪੀਕਰ ਮੇਰੀ ਗਾੜੀ ਹੋਣਾ ਚਾਹੀਦਾ ਸੀ, ਤੇ ਤੇਰੇ ਗਾੜੀ ਕਿਉਂ ਚਲੇ ਗਿਆ? ਮੇਰੀ ਆਵਾਜ਼ ਆਣੀ ਚਾਹੀਦੀ, ਸਾਰੇ ਪਿੰਡ ਚ ਪਤਾ ਲੱਗਦਾ ਕਿ ਆਹ ਪਾਠ ਕਰਨ ਡਿਆ ਬੰਦਾ। ਉਹ ਉੱਥੇ ਹੀ ਲੜ ਰਿਹਾ ਹੁੰਦਾ ਵਾ। ਮੁੜ ਕੇ ਹਾਰ ਕੇ 2 ਸਪੀਕਰ ਲਿਆਉਣੇ ਪੈਂਦੇ ਆ, 2 ਮੈਕ ਲਿਆਉਣੇ ਪੈਂਦੇ ਆ, ਚਲੋ ਦੋਵਾਂ ਦੀ ਆਵਾਜ਼ ਹੀ ਚੱਲ ਜੇ, ਨਾ ਲੜਨ। ਹਨਾ, ਉਹ ਕਾਲ ਕਲੇਸ਼ ਤੇ ਮਿਟਦਾ ਨੀ ਗਾ, ਉਹ ਤੇ ਉਸੇ ਤਰ੍ਹਾਂ ਹੀ ਖੜਾ ਰਹਿੰਦਾ ਵਾ। ਗੁਰੂ ਸਾਹਿਬ ਸਾਨੂੰ ਬਾਰ-ਬਾਰ ਇਹ ਗੱਲ ਸਮਝਾਉਣੀ ਚਾਹੁੰਦੇ ਨੇ, ਪਰ ਜਿੰਨਾ ਚਿਰ ਮੋਹ ਤੇ ਮਗਨ ਇਹਦੇ ਵਿੱਚ, ਤੂੰ ਮਗਨ ਆ ਮੋਹ ਦੇ ਵਿੱਚ, ਉਹਨਾਂ ਚਿਰ ਨਹੀਂ ਧਰਮਰਾਜ ਸਜਾ ਦਊਗਾ। ਨਾ ਚਿਰ ਮੋਹ ਕਿਸੇ ਦੇ ਅੰਦਰੋਂ ਵੀ ਦੂਰ ਨਹੀਂ ਹੁੰਦਾ। ਜਿੰਨਾ ਚਿਰ ਗੁਰੂ ਸਾਹਿਬ ਨਹੀਂ ਸਮਝਾਉਂਦੇ, ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬਿਠਾ ਕੇ ਨਹੀਂ ਸਮਝਾਉਂਦੇ, ਉਹਨਾਂ ਚਿਰ ਤੱਕ ਮੋਹ ਨਹੀਂ ਖਤਮ ਹੁੰਦਾ। ਬਸ ਇਹ ਬਹੁਤ ਇੱਕ ਕਹਿ ਲਓ ਕਿ ਦੀਰਘ ਜਿਹਾ ਰੋਗ ਆ ਇਹ, ਖਤਮ ਅੰਦਰੋਂ ਨਿਕਲਦਾ ਹੀ ਨਹੀਂ ਮੋਹ। ਬੰਦੇ ਨੂੰ ਲੱਗਦਾ ਕਿ ਮੈਂ ਮੋਹ ਦੇ ਵਿੱਚ ਨਹੀਂ ਫਸਿਆ, ਪਰ ਫਸਿਆ ਹੁੰਦਾ ਕਿਤੇ ਨਾ ਕਿਤੇ, ਉਹ ਜ਼ਰੂਰ ਫਸਿਆ ਹੁੰਦਾ। ਮੋਹ ਏਡੀ ਛੇਤੀ ਖਤਮ ਨਹੀਂ ਹੁੰਦਾ, ਕਿਉਂ? ਇਹ ਡੋਬਣ ਦਾ ਕਾਰਨ ਆ ਨਾ, ਸਾਰੀ ਦੁਨੀਆ ਦੇ ਵਿੱਚ ਪੈ ਕੇ ਭੁੱਲ ਗਈ। ਬਾਬਾ ਕਹਿੰਦਾ ਸਾਰੀ ਦੁਨੀਆ ਦੇ ਵਿੱਚ ਪੈ ਕੇ ਭੁੱਲ ਗਈ ਮੋਹ ਦੇ ਵਿੱਚ।
बस गुरु साहब किरपा करन, प्रभ किरपा ते बंधन टूटे, गुर प्रसाद नानक हों छूटे। गुरु दी किरपा दे द्वारा कहंदे ਇਹ ਮੁੱਕਦੀ ਆ ਸਾਰੀ ਜਿਹੜੀਆਂ ਬੰਧਨ ਆ ਨਾ, ਇਹਨਾਂ ਤੋਂ ਆਜ਼ਾਦੀ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦੀ ਹੈ। ਬਸ ਪ੍ਰਭ ਕਿਰਪਾ ਤੇ, ਉਹਦੀ ਕਿਰਪਾ ਦੇ ਨਾਲ ਹੀ ਇਹ ਬੰਧਨ ਟੁੱਟ ਸਕਦੇ ਆ, ਉਵੇਂ ਨਹੀਂ, ਉਵੇਂ ਉਸੇ ਤਰ੍ਹਾਂ ਹੀ ਰਹਿਣਗੇ। ਅੱਗੇ ਗੁਰੂ ਸਾਹਿਬ ਸਾਨੂੰ ਅਗਲੇ ਜਿਹੜੇ 4 ਪਦੇ ਉਹਨਾਂ ਦੇ ਵਿੱਚ ਅੱਜ ਹੋਰ ਗੱਲ ਸਮਝਾ ਰਹੇ ਆ। ਸਹਿਸ ਖੱਟੇ ਲੱਖ ਕੋਟ ਧਾਵੇ, ਬਸ ਉਹ ਸੁਖੀ ਬਸੇ ਮੁਸਕੀਨੀਆਂ ਆਪ ਨਿਵਾਰ ਤਲੇ। ਇਹਨੂੰ ਨਾਲ ਨਾਲ ਜ਼ਰੂਰ ਇਹ ਕਹਿ ਲਓ ਕਿ ਸਾਡੇ ਕੋਲ ਇੱਕ ਰਹਾਉ ਦੀ ਪੰਗਤੀਆਂ ਵਾ, ਆਈਡੀਆ ਵਾ, ਸੈਂਟਰਲ ਆਈਡੀਆ ਵਾ ਸਾਡੇ ਕੋਲ, ਇਹਨੂੰ ਨਾਲ ਜ਼ਰੂਰ ਲਾਉਣਾ। ਸਹਿਜ ਖੱਟੇ ਲੱਖ ਕੋਟ ਧਾਵੇ, ਕਹਿੰਦੇ ਬੰਦਾ ਸਹਿਜ ਹੁੰਦਾ ਹਜ਼ਾਰ ਖੱਟਦਾ ਵਾ ਤੇ ਲੱਖ ਨੂੰ ਉਹਦਾ, ਲੱਖ ਦੀ ਖਾਤਰ ਉਹ ਦੌੜਦਾ ਵਾ। ਮੰਨ ਲਓ ਕੋਈ 1000 ਦੇ ਲੈਵਲ ਤੱਕ ਆ ਗਿਆ ਵਾ ਤੇ ਉਹਨੂੰ ਹੁੰਦਾ ਕਿ ਹੁਣ ਮੈਂ ਇੱਥੋਂ ਤੱਕ ਪਹੁੰਚ ਗਿਆ ਵਾਂ, ਪੈਰਾਂ ਸਿਰ ਹੋ ਗਿਆ, ਹੁਣ ਮੈਂ ਲੱਖ ਰੁਪਈਆ ਕਮਾਵਾਂ ਮਹੀਨੇ ਦਾ। ਤੇ ਫਿਰ ਗੱਲ ਬਣਦੀ ਆ। ਮੰਨ ਲਓ ਕੋਈ 40-50 ਹਜ਼ਾਰ ਕਮਾਉਂਦਾ ਤੇ ਉਹ ਕਹਿੰਦਾ ਨਹੀਂ ਅਜੇ ਗੱਲ ਨਹੀਂ ਬਣਦੀ, ਲੱਖ ਰੁਪਈਆ ਤਨਖਾਹ ਹੋਣੀ ਚਾਹੀਦੀ। ਲੱਖ ਕੋਟ ਧਾਵੇ, ਉਹ ਲੱਖ ਦੀ ਖਾਤਰ ਦੌੜਦਾ ਵਾ। ਉਹ ਲੈਵਲ ਹੁੰਦਾ ਨਾ, ਹੌਲੀ ਹੌਲੀ ਇੱਕ ਬੰਦਾ ਉਹ ਆ ਜਿਹਨੇ ਬਸ ਰਾਤ ਦੀ ਰੋਟੀ ਕਮਾਈ ਤੇ ਖਾ ਕੇ ਸੌਂ ਗਿਆ, 200-250 ਦਾ ਗੁਜ਼ਾਰਾ ਹੋ ਰਿਹਾ ਉਹਦਾ। ਉਹਦੀ ਜਿਹੜੀ ਇੱਕ ਸੋਚ ਹੁੰਦੀ ਆ ਉਹ 1000 ਤੱਕ ਹੁੰਦੀ ਆ, ਇਹ ਵੀ 50,000 ਆ ਜੇ ਤੇ ਇਹਦੇ ਨਾਲ ਮੈਂ ਸੁਖੀ ਹੋ ਜਾਊਂਗਾ। ਜਿਹਨੂੰ ਇੰਨਾ ਕੁ ਮਿਲਦਾ ਵਾ ਉਹਦੀ ਤ੍ਰਿਪਤੀ ਹੋਰ ਵੱਧ ਜਾਂਦੀ, ਉਹਦੀ ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ। ਤ੍ਰਿਪਤ ਨਹੀਂ ਆਉਂਦੀ, ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ, ਤ੍ਰਿਪਤ ਨਹੀਂ ਆਉਂਦੀ, ਉਹਦੀ ਥੋੜੀ ਜਿਹੀ ਹੋਰ ਲਾਲਸਾ ਵੱਧ ਜਾਂਦੀ ਆ। ਜੇ ਲੱਖ ਰੁਪਈਆ ਤਨਖਾਹ ਹੋਣੀ ਚਾਹੀਦੀ, ਜਿਹਦੀ ਲੱਖ ਆ ਉਹਨੂੰ ਉਹਦੀ ਹੋਰ ਵੱਧ ਜਾਂਦੀ ਹੈ, ਡੇਢ ਤੱਕ ਪਹੁੰਚ ਜਾਂਦਾ। ਬਸ ਇਸੇ ਤਰ੍ਹਾਂ ਤ੍ਰਿਪਤ ਨਹੀਂ ਆਉਂਦੀ। ਕਰਪਸ਼ਨ ਦਾ ਜਿਹੜਾ ਕਾਰਨ ਆ ਉਹ ਸਾਰਾ ਇਹੀ ਆ। ਮੰਨ ਲਓ ਬੰਦੇ ਦੀ 80,000 ਤਨਖਾਹ ਵਾ, ਉਹ ਪੈਸੇ ਬਾਅਦ ਵਿੱਚ ਕਿਉਂ ਲੈਂਦਾ, ਵੱਡੀ ਕਿਉਂ ਲੈਂਦਾ, ਰਿਸ਼ਵਤ ਕਿਉਂ ਲੈਂਦਾ? ਕਿਉਂਕਿ ਤ੍ਰਿਪਤੀ ਨਹੀਂ ਆਉਂਦੀ। ਉਹ ਕਹਿੰਦਾ ਕਿ ਤਨਖਾਹ ਤੇ ਮੇਰੀ ਵੱਜੀ ਰਵੇ, ਤੇ ਮੈਨੂੰ ਸਰਕਾਰ ਦਿੰਦੀ ਹੈ ਨਾ, ਇਹ ਇਸੇ ਤਰ੍ਹਾਂ ਹੀ ਵੱਜੀ ਰਵੇ। ਬਸ ਜਿਹੜੇ ਮੈਂ ਘਰ ਦਾ ਖਰਚਾ ਪਾਣੀ ਉੱਤੋਂ ਤੋਂ ਚੱਲਦਾ ਜਾਵੇ ਤੇ ਇਹ ਮੈਂ ਸੇਵ ਕਰ ਲਾਂ। ਸਹਿਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ। ਕਹਿੰਦੇ ਤ੍ਰਿਪਤੀ ਨਹੀਂ ਆਉਂਦੀ, ਰਜੀਵਾ ਨਹੀਂ ਆਉਂਦਾ, ਰੱਜ ਨਹੀਂ ਸਕਦਾ। ਉਹ ਤ੍ਰਿਸ਼ਨਾ ਜਿਹੜੀ ਹੈ ਬੁੱਝਦੀ ਨੀ ਗੀ ਨਾ, ਇਹ ਅੱਗ ਆ ਤੇ ਅੱਗ ਬੁੱਝਦੀ ਆ ਪਾਣੀ ਪਾਇਆ, ਪਾਣੀ ਕੌਣ ਪਾਵੇ? ਪਾਣੀ ਤੇ ਗੁਰੂ ਹੀ ਆ ਨਾ। ਜਲ ਤੋਂ ਬਲ ਤੋਂ ਕਿਆ ਕਹਿੰਦੇ, ਉਹ ਤ੍ਰਿਸ਼ਨਾ ਦੇ ਅੰਦਰ ਬਲ ਰਹੀ ਸੀ ਨਾ, ਤੇ ਗੁਰੂ ਸਾਹਿਬ ਨੇ ਇੱਕ ਤਰੌਂਕਾ ਮਾਰਿਆ, ਕਾਹਦਾ? ਅੰਮ੍ਰਿਤ ਦਾ, ਨਾਮ ਦਾ ਇੱਕ ਤਰੌਂਕਾ ਮਾਰਤਾ, ਅੰਦਰੋਂ ਤ੍ਰਿਸ਼ਨਾ ਹੀ ਬੁੱਝ ਗਈ। ਗੁਰਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ, ਅੰਦਰੋਂ ਤ੍ਰਿਸ਼ਨਾ ਬੁੱਝ ਕੇ ਰਜੀਵਾ ਆ ਗਿਆ ਅੰਦਰੋਂ। ਪਰ ਪਹਿਲਾਂ ਗੁਰੂ ਮਿਲੇ ਤੇ ਤ੍ਰਿਸ਼ਨਾ ਤਾਂ ਬੁੱਝਦੀ ਆ, ਉਵੇਂ ਤ੍ਰਿਸ਼ਨਾ ਨਹੀਂ ਬੁੱਝਦੀ, ਉਵੇਂ ਨਹੀਂ ਬੁੱਝਦੀ, ਰਜੀਵਾ ਨਹੀਂ ਆਉਂਦਾ। ਅੰਗ ਭੋਗ ਵੇਖਿਆ ਕੇ ਕਰੇ ਅਨੇਕਾਂ ਹੀ ਭੋਗ, ਮਾਇਆ ਦੇ ਰੰਗ ਤਮਾਸ਼ੇ ਮੌਜਾਂ ਮਾਣਦਾ ਵਾ। ਵੇਖਿਆ ਕੇ ਕਰੇ, ਵੇਖਿਆ ਮਾਇਆ ਦੇ ਨਹਿ ਤ੍ਰਿਪਤਾਵੇ, ਖੱਪ ਖੱਪ ਮਰੇ। ਕਹਿੰਦੇ ਤ੍ਰਿਪਤੀ ਨਹੀਂ ਆਉਂਦੀ, ਰਜੀਵਾ ਨਹੀਂ ਆਉਂਦਾ, ਰੱਜਦਾ ਨੀ ਗਾ, ਖੱਪ ਖੱਪ ਮਰੇ। ਇਹ ਭੋਗਾਂ ਦੇ ਦੌੜ ਦੇ ਵਿੱਚ ਭੱਜਦਾ ਵਾ, ਹੋਰ ਭੱਜਦਾ ਵਾ। ਇਹਨਾਂ ਨੂੰ ਭੋਗਣ ਦੇ ਵਾਸਤੇ, ਪਦਾਰਥਾਂ ਦੇ ਭੋਗ ਭੋਗਣ ਦੇ ਵਾਸਤੇ ਹੋਰ ਬੰਦਾ ਭੱਜਦਾ ਵਾ, ਹੋਰ ਤ੍ਰਿਪਤ ਨਹੀਂ ਆਉਂਦੀ, ਹੋਰ ਭੱਜਦਾ। ਜੇ ਅੱਜ ਕੱਲ੍ਹ ਕੋਈ ਨੋਵਾ ਦੇ ਵਿੱਚ ਬੈਠਾ ਤੇ ਉਹਦੀ ਤ੍ਰਿਸ਼ਨਾ ਹੋਰ ਵੱਧ ਜਾਂਦੀ। BMW ਨਾ ਲੈ ਆਈਏ, ਜੇ ਕੋਠੀ ਦੇ ਵਿੱਚ ਬੈਠਾ ਤੇ ਉਹਦੀ ਤ੍ਰਿਸ਼ਨਾ ਹੋਰ ਵੱਧ ਜਾਂਦੀ ਕਿ ਮਹਿਲ ਟੈਪ ਮੇਰਾ ਘਰ ਹੋਣਾ ਚਾਹੀਦਾ, ਉਹਦੀ ਤ੍ਰਿਸ਼ਨਾ ਹੋਰ ਵੱਧ ਗਈ, ਅੰਦਰੋਂ ਤ੍ਰਿਸ਼ਨਾ ਵੱਧਦੀ ਆ। ਤੇ ਤ੍ਰਿਸ਼ਨਾ ਵਧਣ ਦੇ ਨਾਲ ਹੀ ਇਹ ਭੱਜ ਦੌੜ ਵੱਧਦੀ ਆ। ਜਿੰਨੀ ਆਪਾਂ ਵੇਖਦੇ ਨਾ ਮਾਇਆ ਦੀ ਦੌੜ ਆ, ਇਹ ਕਿਉਂ ਆ? ਤ੍ਰਿਸ਼ਨਾ ਵਧਣ ਦੇ ਨਾਲ ਹੀ। ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੰਤੋਖ ਤੋਂ ਬਿਨਾਂ ਨਹੀਂ ਕੋ ਰੱਜ ਸਕਦਾ। ਜਿੰਨਾ ਚਿਰ ਅੰਦਰ ਸੰਤੋਖ ਨਹੀਂ ਨਾ ਆਉਂਦਾ, ਉਹਨਾਂ ਚਿਰ ਰੱਜਦਾ ਨਹੀਂ ਕੋਈ ਵੀ। ਇਹ ਕਾਗਿਆ ਤੇ ਬਲਦੀ ਹੈ, ਜਿਉਂ ਹੀ ਇੱਥੇ ਜ਼ਿਆਦਾ ਬਾਲਣ ਪਾਉਂਦੇ ਆ, ਪੂਰਤੀ ਦੇ ਵਾਸਤੇ ਜ਼ਿਆਦਾ ਸਾਧਨ ਲਿਆਉਂਦੇ ਆ, ਓਨੀ ਹੀ ਇਹ ਅੱਗ ਹੋਰ ਬਲਦੀ ਹੈ, ਉਨੀ ਹੋਰ ਬਲਦੀ ਹੈ।
ਸੁਪਨ ਮਨੋਰਥ ਬਿਰਥੇ ਸਭ ਕਾਜੇ, ਸੁਪਨ ਮਨੋਰਥ। ਜਿਵੇਂ ਸੁਪਨਿਆਂ ਦਾ ਕੋਈ ਲਾਭ ਨਹੀਂ ਨਾ ਹੁੰਦਾ, ਸੁਪਨਾ ਆਇਆ ਦਾ ਕੀ ਲਾਭ ਆ, ਕੋਈ ਨਹੀਂ। ਇਵੇਂ ਹੀ ਸਾਰੇ ਕਹਿੰਦੇ ਕਾਜੇ, ਖਾਸ਼ਾਂ ਜਿਹੜੀਆਂ ਬੰਦੇ ਦੀਆਂ, ਖਵਾਹਿਸ਼ ਆ ਜਿਹੜੀ ਇਹ ਇਵੇਂ ਦੀ ਆ, ਸਭ ਵਿਅਸਤ ਆਏ, ਇਹਦਾ ਕੋਈ ਲਾਭ ਨਹੀਂ ਹੈਗਾ, ਸੰਤੋਖਹੀਣ ਬੰਦਾ ਇਵੇਂ ਦਾ ਹੀ ਆ। ਕਿਉਂ? ਇਹ ਇੱਥੇ ਜਿਹੜਾ ਜਗਜੀਵਨ ਹੈ ਐਸਾ, ਸੁਪਨੇ ਜੈਸਾ ਜੀਵਨ ਸੁਪਨ ਸਮਾਨ, ਇਹ ਤੇ ਇਵੇਂ ਦਾ ਹੀ ਹੈ, ਸੁਪਨੇ ਵਰਗਾ ਵਾ। ਸੁਪਨੇ ਦੇ ਵਿੱਚ ਮੰਨ ਲਓ ਬੰਦਾ BMW ਭਜਾਈ ਫਿਰਦਾ ਵਾ, ਤੇ ਉਹ ਕਿੰਨਾ ਕੁ ਚਿਰ ਭਜਾਊਗਾ, ਵੱਧ ਤੋਂ ਵੱਧ ਅੱਧਾ ਘੰਟਾ, ਘੰਟਾ ਬਸ। ਗੁਰੂ ਸਾਹਿਬ ਕਹਿੰਦੇ ਤੇ ਇਵੇਂ ਦਾ ਹੀ ਆ ਨਾ, ਇੱਥੇ ਦੁਨੀਆ ਦਾ ਜਿਹੜਾ ਰੰਗ ਤਮਾਸ਼ਾ ਹੈ ਤੇ ਇਵੇਂ ਦਾ ਹੀ ਆ ਨਾ। ਨਾਮ ਰੰਗ ਸਰਬ ਸੁੱਖ ਹੋਏ, ਨਾਮ ਰੰਗ, ਨਾਮ ਦੇ ਵਿੱਚ ਮੌਜ, ਉਹਦੇ ਵਿੱਚ ਰੰਗ ਨੂੰ ਮਾਨਣਾ, ਉਹ ਵਾਹਿਗੁਰੂ ਦੇ ਪਿਆਰ ਨੂੰ ਮਾਨਣਾ, ਵਾਹਿਗੁਰੂ ਵਾਹਿਗੁਰੂ ਜਪਣਾ, ਇਹਦੇ ਵਿੱਚ ਸਾਰੇ ਹੀ ਸੁੱਖ, ਸਰਬ ਸੁੱਖ ਹੋਏ, ਸਾਰੇ ਹੀ ਸੁੱਖ, ਹਾਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨਾ, ਨਾਮ ਗੋਬਿੰਦ ਕਾ ਸਦਾ ਲੀਜੇ, ਇਹਦੇ ਵਿੱਚ ਹੀ ਸਾਰੇ ਸੁੱਖ ਆ। ਵੱਡੀ ਗੱਡੀ ਦੇ ਵਿੱਚ ਜਾਂ ਵੱਡੀ ਕੋਠੀ ਦੇ ਵਿੱਚ, ਬਹੁਤੀ ਜ਼ਮੀਨ ਜਾਇਦਾਦ ਦੇ ਵਿੱਚ, ਇਹਦੇ ਵਿੱਚ ਸੁੱਖ ਨਹੀਂ ਹੈਗੇ, ਬਸ ਨਾਮ ਦੇ ਵਿੱਚ ਹੀ ਸੁੱਖ ਆ। ਵਡਭਾਗੀ ਕਿਸੇ ਪ੍ਰਾਪਤ ਹੋਏ, ਵਡਭਾਗੀ, ਵੱਡਿਆਂ ਭਾਗਾਂ ਨਾਲ ਇਹ ਕਿਸੇ ਨੂੰ ਮਿਲਦਾ ਵਾ। ਨਾਮ, ਨਾਮ ਦੀ ਦਾਤ, ਉਹਨੂੰ ਜਪ ਕੇ ਅੰਦਰੋਂ ਤ੍ਰਿਪਤ ਰਜੇਵਾਂ ਆ ਜੇ ਬੰਦੇ ਦੇ ਅੰਦਰ, ਇਹ ਤੇ ਵੱਡਿਆਂ ਭਾਗਾਂ ਦੀ ਖੇਡ ਆ। ਬਹੁਤ ਵੱਡੇ ਭਾਗ ਹੋਣ ਫਿਰ ਇਹ ਗੱਲ ਬਣਦੀ ਆ। ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਕਰਨ ਤੇ ਕਾਰਨ ਦੇ ਸਮਰੱਥ ਕੌਣ? ਵਾਹਿਗੁਰੂ। ਕਰਨ ਕਰਾਵਨ ਆਪੇ ਆਪ, ਉਹ ਆਪ ਹੀ ਕਰਨ ਤੇ ਕਾਰਨ ਦੇ ਸਮਰੱਥ ਆ। ਜੀਵਨ ਕੋਲੋਂ ਹਰੇਕ ਕੰਮ ਉਹ ਕਰਾਉਂਦਾ, ਸਦਾ ਸਦਾ ਨਾਨਕ ਕਰ ਜਾਪੇ ਨਾਨਕ। ਇਸ ਕਰਕੇ ਤੂੰ ਸਦਾ ਹੀ ਉਹ ਵਾਹਿਗੁਰੂ ਨੂੰ ਸਿਮਰਦੀ, ਇਹ ਗੱਲ ਸਮਝ ਆ ਜੇ ਵੀ ਕਰਨ ਤੇ ਕਾਰਨ ਦੇ ਸਮਰੱਥ ਤੇ ਵਾਹਿਗੁਰੂ ਆ, ਜੋ ਵੀ ਕੁਛ ਕਰਨਾ ਉਹਨੇ ਕਰਨਾ, ਜੇ ਕੁਛ ਕਰਾਉਣਾ ਵੀ ਆ ਤੇ ਵਾਹਿਗੁਰੂ ਨੇ ਕਰਾਉਣਾ। ਫਿਰ ਬੰਦੇ ਦੀ ਭੱਜ ਦੌੜ ਖਤਮ ਹੋ ਜਾਂਦੀ ਆ, ਫਿਰ ਆਪਣੇ ਆਪ ਹੀ ਜੀਵਾਂ ਆਉਣਾ ਸ਼ੁਰੂ ਹੋ ਜਾਂਦਾ। ਕਰਨ ਕਰਾਵਨ ਕਰਨੇਹਾਰ, ਕਰਨ ਕਰਾਵਨ ਉਹ ਵਾਹਿਗੁਰੂ ਹੀ ਆ, ਸਾਰਿਆਂ ਜੀਵਾਂ ਪਾਸੋਂ ਉਹੀ ਕਰਾਉਂਦਾ ਵਾ। ਇਸਕੇ ਹਾਥ ਕਹਾਂ ਵਿਚਾਰ, ਕਹਾਂ ਇਹਦੇ ਹੱਥ ਚ ਕੀ ਆ? ਇੱਕ ਜੀਵ ਦੇ ਹੱਥ ਵਿੱਚ ਕੀ ਆ? ਕੁਛ ਵੀ ਨਹੀਂ, ਬੰਦੇ ਦੇ ਹੱਥ ਵਿੱਚ ਕੁਛ ਵੀ ਨਹੀਂ। ਕਰਨ ਦੇ ਕਾਰਨ ਦੇ ਸਮਰੱਥੋ ਵਾਹਿਗੁਰੂ ਆ, ਬਸ ਉਹੀ ਕਰਾਉਂਦਾ। ਜਿਉਂ ਨਚਾਏ ਤਿਉਂ ਤਿਉਂ ਨੱਚਣ, ਸਿਰ ਸਿਰ ਕਿਰਤ ਵਿਹਾਣੀਆਂ, ਮੌਲਾ ਖੇਲ ਕਰੇ ਸਭ ਆਪੇ। ਇੱਕ ਕੱਢੇ ਇੱਕ ਲਹਿਰ ਵਿਆਪੇ, ਉਹ ਮੌਲਾ ਆਪ ਹੀ ਸਾਰਾ ਖੇਲ ਕਰਦਾ। ਇੱਕ ਨੂੰ ਕੱਢ ਲੈਂਦਾ ਵਾ, ਇੱਕ ਇਹਨਾਂ ਨੂੰ ਲੋਭ ਦੀਆਂ ਲਹਿਰਾਂ ਦੇ ਵਿੱਚ ਰੋੜ ਦਿੰਦਾ, ਬਸ ਉਹ ਕਰਦਾ ਸਾਰਾ ਕੁਛ ਆਪ ਹੀ ਆ। ਜੀਵ ਦੇ ਹੱਥ ਵਿੱਚ ਕੁਛ ਨਹੀਂ ਹੈਗਾ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਜੈਸੀ ਦ੍ਰਿਸ਼ਟ, ਜਿਹੋ ਜਿਹੀ ਨਜ਼ਰ ਕਰਦਾ ਉਹ ਬਸ ਉਹੀ ਹੁੰਦਾ। ਜੇ ਮਿਹਰ ਭਰੀ ਨਿਗਾਹ ਕਰ ਦਿੰਦਾ ਤੇ ਤਾਰ ਲੈਂਦਾ ਵਾ, ਹੁਣ ਨਾਮ ਦੇ ਨਾਲ ਜੋੜ ਲੈਂਦਾ ਵਾ। ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਊ ਕਰਾ ਜਾਂਦਾ, ਜੇ ਨਦਰ ਹੀ ਉਹੋ ਜਿਹੀ ਕਰ ਲੈਂਦਾ ਤੇ ਉਹ ਰਾਜਿਆਂ ਨੂੰ ਕੇਰੀ ਘਾਹ ਖੋਤਣ ਲਾ ਲੈਂਦਾ। ਇਹ ਵਾਹਿਗੁਰੂ ਦੀ ਨਜ਼ਰ ਆ, ਕਿਵੇਂ ਦੀ ਨਜ਼ਰ ਕਰਦਾ ਉਹ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਉਹ ਜਿਹਾ ਹੀ ਹੁੰਦਾ ਵਾ, ਬੰਦਾ ਉਹੋ ਜਿਹਾ ਹੀ ਬਣ ਜਾਂਦਾ। ਜੇ ਉਹਨੇ ਮਿਹਰ ਦੀ ਨਿਗਾਹ ਕਰ ਲਈ, ਅੰਮ੍ਰਿਤਧਾਰੀ ਹੋ ਜਾਊਗਾ, ਗੁਰਸਿੱਖ ਹੋ ਜਾਊਗਾ, ਨਾਮ ਜਪਣਾ ਸ਼ੁਰੂ ਕਰ ਦਊਗਾ, ਆਪਣੇ ਆਪ ਨੂੰ ਖੋਜਣਾ ਸ਼ੁਰੂ ਕਰ ਦਊਗਾ। ਤੇ ਜੇ ਮਿਹਰ ਹੀ ਉਹਨੇ ਦੂਜੀ ਕਰ ਦਿੱਤੀ ਤੇ ਫਿਰ ਉਹ ਜੀਵ ਤੇ ਉਹੀ ਹੁੰਦਾ ਵਾ ਨਾ। ਆਪਾਂ ਵੇਖਦੇ ਕਈ ਵਾਰੀ ਉਹ ਤਾਂ ਨੂੰ ਆਪਣੇ ਜਿਹੜੇ ਉਹ ਕੇਸਾਂ ਰੋਮਾਂ ਦੀ ਬੇਦਬੀ ਸ਼ੁਰੂ ਕਰ ਦਊਗਾ, ਤਾਂ ਨੂੰ ਵਾਲ ਖੜੇ ਕਰ ਲਊਗਾ, ਬਸ ਉਹ ਜੀਵੀ ਬਣ ਜਾਊਗਾ। ਉਹ ਏਦਾਂ ਦਾ ਹੋ ਜਾਂਦਾ। ਆਪੇ ਆਪ, ਆਪ ਪ੍ਰਭ ਸੋਏ, ਆਪੇ ਆਪ, ਆਪ ਪ੍ਰਭ ਸੋਏ, ਉਹ ਆਪ ਹੀ ਆ, ਉਹ ਤੋਂ ਬਿਨਾਂ ਹੈ ਦੂਜਾ ਹੈ ਹੀ ਕੋਈ ਨਹੀਂ। ਹਰ ਜਗ੍ਹਾ ਤੇ ਉਹ ਆਪ ਆ, ਹਰ ਜਗ੍ਹਾ ਤੇ ਮੌਜੂਦ ਆ, ਕਣ ਕਣ ਦੇ ਵਿੱਚ ਰਮਿਆ ਹੋਇਆ ਵਾ। ਜੋ ਸ਼ਕੀਨੋ ਸੋ ਆਪਣੇ ਰੰਗ, ਕਹਿੰਦੇ ਜੋ ਵੀ ਕੁਛ ਕਰਦਾ ਆਪਣੇ ਰੰਗ, ਆਪਣੀ ਮੌਜ ਚ ਹੀ ਕਰਦਾ ਉਹ। ਜੋ ਵੀ ਕੁਛ ਉਹਨੇ ਬਣਾਇਆ ਸਾਨੂੰ ਦਿਸਦਾ ਆਪਣੀ ਮੌਜ ਦੇ ਵਿੱਚ ਹੀ ਬਣਾਇਆ ਵਾ।
ਆਪਣੇ ਰੰਗ, ਆਪਣੀ ਮੌਜ ਦੇ ਵਿੱਚ ਹੀ। ਜੇ ਕਿਸੇ ਕੋਈ ਢਾਹ ਦਿੰਦਾ ਚੀਜ਼, ਉਹ ਵੀ ਆਪਣੀ ਮੌਜ ਦੇ ਵਿੱਚ ਹੀ ਢਾਉਂਦਾ ਵਾ। ਢਾਹੇ ਉਸਾਰੇ, ਉਸਰੇ ਢਾਹੇ। ਉਹ ਆਪਣੇ ਆਪ ਆਪਣੀ ਮੌਜ ਵਿੱਚ ਹੀ ਕਰਦਾ ਜੋ ਵੀ ਕਰਦਾ। ਉਹ ਕਿਸੇ ਤੋਂ ਸਲਾਹ ਨਹੀਂ ਲੈਂਦਾ, ਕਿਉਂ? ਉਹਦਾ ਕੋਈ ਸ਼ਰੀਕ ਹੀ ਹੈ ਨਹੀਂ। ਇਸਕਾ ਸ਼ਰੀਕ ਉਹ ਨਹੀਂ, ਉਹਦਾ ਕੋਈ ਸ਼ਰੀਕ ਹੀ ਹੈ ਨਹੀਂ ਗਾ ਕਿ ਕਿਸੇ ਕੋ ਨੇ ਸਲਾਹ ਲੈ ਕੇ ਕਰਨਾ ਵੀ ਏਦਾਂ ਕਰਾਂ ਕਿ ਨਾ ਕਰਾਂ। ਉਹਨੂੰ ਕੋਈ ਸਲਾਹ ਦਊਗਾ ਵੀ ਏਦਾਂ ਨਾ ਕਰੀ, ਏਦਾਂ ਕਰਦੀ, ਨਹੀਂ, ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ। ਉਹ ਆਪਣੀ ਮੌਜ ਦੇ ਵਿੱਚ ਹੀ ਜੋ ਵੀ ਕਰਦਾ ਕਰਦਾ। ਸਭ ਤੇ ਦੂਰ, ਸਭ ਨੂੰ ਕੇ ਸੰਗ, ਇਹਨੇ ਸਾਰਿਆਂ ਜੀਵਾਂ ਤੋਂ ਕਿਤੇ ਦੂਰ ਆ। ਸਾਰਿਆਂ ਜੀਵਾਂ ਤੋਂ ਵੱਖਰਾ ਵਾ, ਦੂਰ ਭਾ ਵੱਖਰਾ ਵਾ, ਭਿੰਨ ਆ ਉਹ, ਪਰ ਹੈ ਵੀ ਸਭ ਨੂੰ ਕੇ ਸੰਗ, ਹੈ ਵੀ ਸਾਰਿਆਂ ਦੇ ਵਿੱਚ ਹੀ ਆ। ਸਾਰਿਆਂ ਸਰੀਰਾਂ ਦੇ ਵਿੱਚ ਉਹ ਵਾਹਿਗੁਰੂ ਹੀ ਆ, ਤੇ ਹੈ ਵੀ ਇਹਨਾਂ ਤੋਂ ਦੂਰ ਆ। ਲੱਭਾ ਵੀ ਅਜੇ ਤੱਕ ਕਿਸੇ ਨੂੰ ਨਹੀਂ, ਕਿਸੇ ਨੇ ਨਹੀਂ ਵੇਖਿਆ। ਤੇ ਹੈ ਵੀ ਜਦੋਂ ਕਿਸੇ ਨੂੰ ਦਰਸ਼ਨ ਹੁੰਦੇ ਆ ਤੇ ਅੰਦਰ ਹੀ ਬੈਠਾ ਹੁੰਦਾ। ਗੁਰੂ ਸਾਹਿਬ ਅੰਦਰ ਹੀ ਬੈਠੇ ਹੁੰਦੇ, ਕਿਤੇ ਦੂਰ ਥੋੜ੍ਹੀ ਹੁੰਦੇ ਆ, ਹਰੇਕ ਸਰੀਰ ਦੇ ਵਿੱਚ ਮੌਜੂਦ ਆ। ਬੁਝੇ ਦੇਖੇ ਕਰੇ ਵਿਵੇਕ, ਬੁਝੇ ਬੁਝ ਲੈਂਦਾ ਉਹ, ਪਛਾਣ ਲੈਂਦਾ, ਬੁਝ ਲੈਂਦਾ ਵਾ, ਪਛਾਣ ਲੈਂਦਾ। ਵਾਹਿਗੁਰੂ ਸਭ ਨੂੰ, ਸਭ ਕੁਛ ਦੇਖਦਾ ਵਾ, ਸਮਝਦਾ ਵਾ, ਪਛਾਣਦਾ ਵਾ। ਆਪੇ ਏਕ, ਆਪੇ ਅਨੇਕ, ਆਪੇ ਏਕ, ਆਪ ਹੀ ਇੱਕ, ਆਪੇ ਅਨੇਕ। ਇੱਕ ਤੋਂ ਭਾਵ ਇੱਕ ਵਾਹਿਗੁਰੂ ਹੀ ਆ। ਅਰਬਦ ਨਰਬਦ ਧੂੰ ਧੂੰ ਕਰ, ਉਦੋਂ ਇੱਕ ਵਾਹਿਗੁਰੂ ਹੀ। ਅਨੇਕ, ਸਾਰਾ ਪਸਾਰਾ ਪਸਾਰਿਆ ਹਰੇਕ ਜੀਵ ਦੇ ਅੰਦਰ ਬੈਠਾ ਉਹ। ਆਪੇ ਅਨੇਕ, ਆਪੇ ਅਨੇਕਾਂ ਜੀਵਾਂ ਦੇ ਵਿੱਚ ਆ ਕੇ ਬੈਠ ਗਿਆ ਉਹ। ਜਦੋਂ ਸਾਰਿਆਂ ਨੂੰ ਸਮੇਟ ਲੈਂਦਾ ਵਾ, ਉਦੋਂ ਫੇਰ ਇੱਕ ਹੋ ਜਾਂਦਾ ਵਾ। ਸਾਰਾ ਪਸਾਰਾ ਜਿਹੜਾ ਖਤਮ ਹੋ ਜਾਂਦਾ ਵਾ, ਬਸ ਫਿਰ ਇੱਕ ਹੋ ਜਾਂਦਾ ਵਾ। ਮਰੇ ਨਾ ਬਿਨਸੇ, ਆਵੇ ਨਾ ਜਾਏ, ਨਾ ਉਹ ਮਰਦਾ ਵਾ, ਨਾ ਉਹ ਖਤਮ ਹੁੰਦਾ ਵਾ, ਨਾ ਉਹ ਜੰਮਦਾ ਹੀ, ਨਾ ਉਹ ਜੰਮਦਾ ਹੀ ਆ, ਪੈਦਾ ਵੀ ਨਹੀਂ ਹੁੰਦਾ। ਉਹ ਆਉਣ ਜਾਣ ਦੇ ਚੱਕਰ 'ਚ ਨਹੀਂ ਹੈਗਾ ਉਹ। ਨਾਨਕ ਸਦ ਹੀ ਰਿਹਾ ਸਮਾਏ, ਹੀ ਨਾਨਕ ਸਦ ਹੀ ਰਿਹਾ ਸਮਾਏ, ਸਦਾ ਹੀ ਟਿਕਿਆ ਰਹਿੰਦਾ ਵਾ, ਉੱਥੇ ਰਹਾ। ਆਉਂਦਾ ਜਾਂਦਾ ਨੀ ਗਾ, ਜੰਮਦਾ ਮਰਦਾ ਨੀ ਗਾ, ਕਿਉਂ? ਉਹ ਸਮੇਂ ਦੇ ਪ੍ਰਭਾਵ ਤੋਂ ਪਰੇ ਆ। ਅਕਾਲ ਮੂਰਤ ਆ ਨਾ, ਉਹ ਸਮੇਂ ਦੇ ਪ੍ਰਭਾਵ ਤੋਂ ਪਰੇ ਆ ਵਾਹਿਗੁਰੂ। ਉਹਨੂੰ ਸਮੇਂ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਹਨੂੰ ਸਮੇਂ ਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ। ਆਪ ਉਪਦੇਸੇ ਸਮਝੇ ਆਪ, ਆਪ ਹੀ ਉਹ ਸਿੱਖਿਆ ਦਿੰਦਾ, ਆਪ ਹੀ ਸਿੱਖਿਆ ਨੂੰ ਸਮਝਦਾ ਵਾ। ਆਪਾਂ ਵੇਖੋ ਜਦੋਂ ਕਿਸੇ ਨੂੰ ਜਾ ਕੇ ਕਹਿੰਦੇ ਆ ਨਾ, ਭਾਈ ਅੰਮ੍ਰਿਤ ਛਕ ਲਓ, ਕਹਿੰਦੇ ਹਾਂਜੀ। ਕਿੰਨੇ ਹਾਂਜੀ ਕਹੀ? ਵਾਹਿਗੁਰੂ ਨੇ। ਉਹਦੇ ਅੰਦਰ ਬੈਠਾ ਨੇ ਹਾਂਜੀ ਕਹਿ ਦਿੱਤੀ। ਕਿਹਾ ਕਿੰਨੇ? ਵਾਹਿਗੁਰੂ ਨੇ ਕਿਹਾ। ਸਾਡੀ ਤੇ ਆਉਂਦੀ ਹੈ ਨੀ। ਆਪ ਹੀ ਉਪਦੇਸ਼ ਦਿੰਦਾ, ਆਪ ਹੀ ਸਮਝਦਾ ਵਾ, ਉਹ ਆਪ ਹੀ ਸਮਝਦਾ ਵਾ। ਇਸੇ ਕਰਕੇ ਆਪਾਂ ਕਹਿੰਦੇ ਜਦੋਂ ਵੀ ਆਪਾਂ ਕਥਾ ਕਰਦੇ ਹਾਂ ਜਾਂ ਕਿਸੇ ਨੂੰ ਸਮਝਾਉਣ ਜਾਂਦੇ, ਗੁਰੂ ਸਾਹਿਬ ਨੂੰ ਕਹੀਏ ਵਾਹਿਗੁਰੂ ਤੂੰ ਹੀ ਤੇ ਸੁਣਨਾ ਵਾ, ਤੂੰ ਹੀ ਤੇ ਸੁਣਾਉਣਾ ਵਾ, ਤੇਰੇ ਤੋਂ ਬਿਨਾਂ ਹੋਰ ਹੈ ਹੀ ਕੌਣ ਆ? ਹੈਗਾ ਕੋਈ ਸੁਣਾਉਣ ਵਾਲਾ? ਕਹਿ ਸਕਦਾ ਕਿ ਮੈਂ ਸੁਣਾਊਂਗਾ, ਮੈਂ ਦੇ ਅੰਦਰ ਹੈ ਹੀ ਨਹੀਂ। ਜੇ ਮੰਨ ਲਓ ਅੰਦਰੋਂ ਵਾਹਿਗੁਰੂ ਆ ਤੇ ਤੂੰ ਹੈਗਾ ਨਾ। ਇਸ ਕਰਕੇ ਗੱਲ ਤੇ ਉਹਦੀ ਹੈ ਨਾ, ਉਹ ਰੱਬੀ ਪ੍ਰਕਾਸ਼ ਦੀ ਜੋਤ ਦੀ ਗੱਲ ਆ ਨਾ, ਬਸ ਉਹੀ ਬੋਲ ਰਹੀ ਅੰਦਰ। ਜਦੋਂ ਨਿਕਲ ਗਈ ਬਸ ਉਸੇ ਵੇਲੇ ਖਤਮ ਹੋ ਜਾਣੀ ਕਹਾਣੀ। ਤੇ ਉਹ ਆਪ ਹੀ ਹੈ ਨਾ, ਫਿਰ ਆਪ ਉਪਦੇਸੇ ਸਮਝੇ ਆਪ, ਤੇ ਅਗਲੇ ਜੀਵ ਦੇ ਵਿੱਚ ਵੀ ਉਹ ਵਾਹਿਗੁਰੂ ਦਾ ਜੋਤ ਤੇ ਹੈਗੀ ਆ ਨਾ। ਬਸ ਇਸੇ ਕਰਕੇ ਉਹ ਆਪ ਹੀ ਸਿੱਖਿਆ ਦਿੰਦਾ, ਆਪ ਹੀ ਸਮਝਦਾ। ਆਪੇ ਰਚਿਆ ਸਭ ਕੇ ਸਾਥ, ਆਪ ਹੀ ਉਹ ਸਾਰੇ ਜੀਵਾਂ ਦੇ ਨਾਲ ਮਿਲਿਆ ਹੋਇਆ ਵਾ, ਰਚਿਆ ਹੋਇਆ ਵਾ, ਹਰੇਕ ਜੀਵ ਦੇ ਅੰਦਰ ਬੈਠਾ ਵਾ ਜੋਤ ਰੂਪ ਦੇ ਵਿੱਚ। ਜੋ ਵੀ ਵਾਹਿਗੁਰੂ ਨੇ ਬਣਾਇਆ ਨਾ, ਜਿੰਨਾ ਵੀ ਪਸਾਰਾ ਬਣਾਇਆ ਵਾ, ਉਹ ਹਰੇਕ ਚੀਜ਼ ਦੇ ਵਿੱਚ ਬੈਠਾ ਵਾ। ਮੰਨ ਲਓ ਮਿਸਤਰੀ ਆਇਆ, ਉਹਨੇ ਘਰ ਬਣਾਇਆ, ਉਹ ਬਣਾ ਕੇ ਚਲਿਆ ਗਿਆ, ਉਹ ਵਿੱਚ ਨਹੀਂ ਬੈਠਾ, ਵਿੱਚ ਨਹੀਂ ਬੈਠਾ, ਉਹ ਚਲਿਆ ਗਿਆ ਬਣਾ ਕੇ। ਪਰ ਵਾਹਿਗੁਰੂ ਨੇ ਜਿਹੜੀ ਵੀ ਚੀਜ਼ ਬਣਾਈ ਉਹਦੇ ਵਿੱਚ ਬੈਠ ਗਿਆ। ਉਹ ਸਰੀਰ ਬਣਾਇਆ, ਇਹਦੇ ਵਿੱਚ ਬੈਠ ਗਿਆ। ਦੇਖੋ 84 ਲੱਖ ਜੂਨਾਂ ਬਣਾਈਆਂ, ਉਹਦੇ ਅੰਦਰ ਵਾਹਿਗੁਰੂ ਬੈਠ ਗਿਆ। ਜੋਤ ਟਿਕਾ ਦਿੱਤੀ ਹਰੇਕ ਦੇ ਅੰਦਰ, ਉਹਦੇ ਅੰਦਰ ਹੀ ਬਹਿ ਗਿਆ, ਉਹ ਗਿਆ ਨੀ ਗਾ। ਆਪ ਕੀਨੋ ਆਪਨ ਵਿਸਥਾਰ, ਉਹਨੇ ਆਪਣਾ ਖਿਲਾਰਾ ਆਪ ਹੀ ਪਾਇਆ। ਦੇਖੋ ਅੱਜ ਜਿੰਨੀ ਵੀ ਦੁਨੀਆਂ ਵਾਹਿਗੁਰੂ ਨੇ ਪੈਦਾ ਕੀਤੀ ਆ, ਉਹਦਾ ਆਪਣਾ ਪਸਾਰਾ ਪਸਾਰਿਆ ਹੋਇਆ ਵਾ।
आप ही उन्हें पसारिया सारा पसारा। आप किनों आपन विस्तार, अपना विस्तार ही जेड़ा ये सारा पसारा उन्हें आप ही पसारिया वा। ते कई बार पसरिया पसार, एक बारी नहीं कई बार पसरिया वा। सदा सदा एक अंकार ਉਹ ਕਈ ਵਾਰੀ ਉਹਨੇ ਸਾਰਾ ਪਸਾਰਾ ਪਸਾਰ ਕੇ ਇਹਨੂੰ ਸਮੇਟਿਆ ਵੀ ਆ। ਉਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇਹ ਸਾਰਾ ਕੁਝ ਸ਼ਬਦ ਦੇ ਨਾਲ ਆ। ਬਸ ਏਕੋ ਕੁਆਓ ਕੀਤਾ ਪਸਾਓ, ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ। ਬਸ ਇੱਕ ਵਾਰ ਕਹਿਣ ਦੇ ਨਾਲ ਹੀ ਸਭ ਕੁਛ ਉਸਕਾ, ਉਹ ਕਰਨੇ ਹਾਰ ਸਾਰਾ ਕੁਛ ਉਹ ਵਾਹਿਗੁਰੂ ਦਾ ਵਾ। ਹਰੇਕ ਚੀਜ਼ ਵਾਹਿਗੁਰੂ ਦੀ ਬਣਾਈ ਆ ਤੇ ਉਹ ਕਰਨ ਵਾਲਾ ਵਾ। ਉਸ ਤੇ ਭਿੰਨ ਕਹੋ ਕਿਛ ਹੋਏ, ਉਸ ਤੋਂ ਭਿੰਨ ਉਦੋਂ ਕੋਈ ਵੱਖਰਾ ਨਹੀਂ ਹੈਗਾ, ਉਦੋਂ ਕੋਈ ਵੱਖਰਾ ਨਹੀਂ ਹੈਗਾ। ਸਾਰੇ ਉਹਦੇ ਤੋਂ ਹੀ ਪੈਦਾ ਹੋਏ ਆ। ਹੈਗਾ ਕੋਈ ਵਾਹਿਗੁਰੂ ਤੋਂ ਵੱਖਰੀ ਕੋਈ ਚੀਜ਼ ਆਪਾਂ ਨੂੰ ਦਿਸਦੀ ਹੋਵੇ ਕਿ ਯਾਰ ਰੱਬ ਨੇ ਨਹੀਂ ਬਣਾਈ, ਇਹ ਆਪੇ ਪੈਦਾ ਹੋਈ? ਨਹੀਂ। ਥਾਨ ਥਨੰਤਰ ਇਹ ਕੇਸ ਹੋਏ, ਥਾਨ ਥਨੰਤਰ ਹਰ ਜਗ੍ਹਾ ਤੇ ਹਰ ਥਾਂ ਤੇ ਉਹ ਵਾਹਿਗੁਰੂ ਮੌਜੂਦ ਆ, ਹਰ ਜਗ੍ਹਾ ਤੇ ਮੌਜੂਦ ਆ ਉਹ। ਜੇ ਦੇਖੋ ਤੇ ਰਹਿ ਸਮਾਏ, ਜਿੱਥੇ ਵੀ ਵੇਖਾਂਗੇ ਉੱਥੇ ਰਮਿਆ ਹੋਇਆ ਵਾ ਉਹ। ਆਪਣੇ ਚਲਤ ਆਪ ਕਰਨੇ ਹਾਰ, ਉਹ ਵਾਹਿਗੁਰੂ ਆਪਣੇ ਚਲਤ ਆਪਣੇ ਤਮਾਸ਼ੇ ਆਪ ਹੀ ਕਰਦਾ। ਕੌਤਕ ਕਰੇ ਰੰਗ ਅਪਾਰ, ਬੇਅੰਤੀ ਕੌਤਕ ਤਮਾਸ਼ੇ ਕਰਦਾ। ਵੇਖੋ ਉਹਦਾ ਪਸਾਰਿਆ ਹੋਇਆ ਪਸਾਰਾ। ਜਦੋਂ ਆਪਾਂ ਉਹਦੀ ਕਾਦਰ ਦੀ ਕੁਦਰਤ ਨੂੰ ਤੱਕਦੇ ਹਾਂ ਤੇ ਕਿੰਨੇ ਆਸ਼ਚਰਜ ਰਹਿ ਜਾਂਦੇ ਹਾਂ, ਵਿਸਮਾਤ ਰਹਿ ਜਾਂਦੇ ਹਾਂ ਕਿ ਵਾਹਿਗੁਰੂ ਨੇ ਏਦਾਂ ਦੀ ਚੀਜ਼ ਵੀ ਬਣਾਈ। ਆ ਵੀ ਚੀਜ਼ ਵਾਹਿਗੁਰੂ ਨੇ ਬਣਾਈ ਹੈ। ਕੌਤਕ ਕਰੇ ਤੇ ਆਪਣੇ ਰੰਗ ਤਮਾਸ਼ੇ ਕਰ ਰਿਹਾ ਹੋ। ਮਨ ਮੈਂ ਆਪ, ਮਨ ਆਪਣੇ ਮਾਹੇ, ਮਨ ਮੈਂ ਆਪ। ਮਨ ਦੇ ਵਿੱਚ ਆਪ ਹੀ ਵਸ ਰਿਹਾ ਵਾ। ਮਨ ਆਪਣੇ ਮਾਹੇ, ਆਪ ਹੀ ਮਨ ਦੇ ਵਿੱਚ ਟਿਕਿਆ ਬੈਠਾ ਵਾ। ਮਨ ਨੂੰ ਆਪਣੇ ਵਿੱਚ ਟਿਕਾਈ ਬੈਠਾ ਵਾ। ਮਨ ਨੂੰ ਆਪਣੇ ਵਿੱਚ ਟਿਕਾਈ ਬੈਠਾ ਵਾਹਿਗੁਰੂ, ਆਪ ਹੀ ਮਨ ਦੇ ਵਿੱਚ ਬੈਠਾ ਵਾ। ਨਾਨਕ ਕੀਮਤ ਕਹਿ ਨਾ ਜਾਏ, ਕਿ ਨਾਨਕ ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਉਹ ਅਮੁੱਲ ਆ, ਉਹਦਾ ਕੋਈ ਉਹਦੇ ਗੁਣਾਂ ਦਾ ਮੁੱਲ ਨਹੀਂ ਕੋਈ ਪਾ ਸਕਦਾ। ਅਮੁੱਲ ਗੁਣ, ਅਮੁੱਲ ਵਪਾਰ। ਵਾਹਿਗੁਰੂ ਦਾ ਮੁੱਲ ਤੇ ਕੀ ਪਾਉਣਾ, ਉਹਦੇ ਗੁਣਾਂ ਦਾ ਮੁੱਲ ਨਹੀਂ ਕੋਈ ਪਾ ਸਕਦਾ। ਹੁਣ ਗੱਲ ਸੀ ਨਾ ਸੰਤੋਖ ਦੀ, ਬਿਨਾਂ ਸੰਤੋਖ ਨਹੀਂ ਕੋ ਰਾਜੇ। ਸੰਤੋਖ ਦਾ ਕੋਈ ਮੁੱਲ ਹੈਗਾ ਵਾ? ਕੋਈ ਭਾਵੇਂ 10 ਕਰੋੜ ਰੁਪਈਆ ਲੈ ਕੇ ਦੇਵੇ, ਆਖੇ ਮੈਨੂੰ ਸੰਤੋਖ ਦੇ ਦੋ, ਕੋਈ ਦੇ ਸਕਦਾ ਸੰਤੋਖ? ਨਹੀਂ ਦੇ ਸਕਦਾ। ਕਿਉਂ? ਵਾਹਿਗੁਰੂ ਦਾ ਇੱਕ ਮੁੱਲ ਆ, ਉਹਦੀ ਕੀਮਤ ਨਹੀਂ ਕੋਈ ਪਾ ਸਕਦਾ। ਤੇ ਜੇ ਬੰਦੇ ਨੂੰ ਸੰਤੋਖ ਆ ਜਾਂਦਾ, ਭਾਵੇਂ ਕੋਈ ਕਰੋੜਾਂ ਰੁਪਈਆ ਚੁੱਕੀ ਫਿਰੇ, ਉਹ ਨਹੀਂ ਮਾਸਾ ਜਿੰਨਾ ਜਰਾ ਟਸ ਤੋਂ ਮਸ ਨਹੀਂ ਹੁੰਦਾ। ਕਹਿੰਦਾ ਮੈਂ ਕੀ ਕਰਨੇ ਆ, ਮੈਨੂੰ ਵਾਹਿਗੁਰੂ ਚਾਹੀਦਾ। ਸੰਤੋਖ ਆ, ਅੰਦਰ ਰਜੇਵਾਂ ਵਾ। ਸਤ 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 ਪ੍ਰਭ ਸੁਆਮੀ ਸਤ ਆਓ, ਸਦਾਈ ਕਾਇਮ ਰਹਿਣ ਵਾਲਾ ਸੱਤ ਆਓ। ਸਤ ਪ੍ਰਭ ਸੁਆਮੀ, ਉਹ ਸਦੀਵੀ ਹੋਂਦ ਵਾਲਾ, ਉਹ ਕਾਇਮ ਰਹਿਣ ਵਾਲਾ ਵਾ। ਗੁਰਪ੍ਰਸਾਦ ਕਿਨੇ ਵੇਖਿਆ ਨਹੀਂ, ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨਹੀਂ ਵੇਖਿਆ ਨਹੀਂ। ਬਿਆਨ ਕੀਤੀ ਹੈ ਗੁਰੂ ਦੀ ਕਿਰਪਾ ਦੇ ਦੁਆਰਾ ਹੀ, ਸਦਾ ਹੀ ਕਾਇਮ ਰਹਿਣ ਵਾਲਾ ਵਾ। ਪਰ ਉਹਦੀ ਮਿਹਰ ਦੇ ਨਾਲ ਹੀ ਕਿਸੇ ਵਿਰਲੇ ਨੇ ਇਹ ਗੱਲ ਦੱਸੀ ਹੈ। ਆਪ ਨਹੀਂ ਕੋਈ ਵੀ ਦੱਸ ਸਕਦਾ। ਕਿਉਂ? ਆਪਾਂ ਨੂੰ ਕੀ ਪਤਾ, ਆਪਾਂ ਦੇ ਬਣਾਏ ਹੋਏ ਕਿ ਜੀਵ ਜੰਤ ਆ ਨਾ। ਵੇਖੋ ਜਦੋਂ ਆਪਾਂ ਇਹ ਪੰਕਤੀ ਪੜ੍ਹਦੇ ਹਾਂ, ਅਰਬਦ ਨਰਬਦ ਧੁੰਦੂ ਕਾਰਾ ਧਰਨ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਚਾਨਣ ਸੂਰਜ ਸੋਨ ਸਮਾਧ ਲਗਾਏਗਾ। ਦੇਖੋ ਕਿੰਨਾ ਬੰਦਾ ਚੱਲ ਚਲੇ ਜਾਂਦਾ ਕਿ ਇਹਦਾ ਕੁਛ ਵੀ ਨਹੀਂ ਹੈਗਾ। ਬਸ ਇੱਕ ਧੁੰਦ ਦੀ ਸਾਰੇ ਪਾਸੇ, ਨਾ ਦਿਨ ਹੀ ਨਾ ਰਾਤ ਹੀ, ਨਾ ਚੰਦਰਮਾ ਹੀ ਨਾ ਸੂਰਜ ਹੀ, ਤੇ ਵਾਹਿਗੁਰੂ ਫਿਰ ਵੀ ਹੈਗਾ ਸੋਨ ਸਮਾਧ ਦੇ ਵਿੱਚ। ਬੰਦਾ ਚੱਲ ਇੱਕ ਸਮਾਧ ਨਹੀਂ ਚਲਿਆ ਜਾਂਦਾ ਕਿ ਕੀ ਕੁਛ ਹੋਊਗਾ, ਕਿਵੇਂ ਵਾਹਿਗੁਰੂ ਨੇ ਸਾਰੀ ਚੀਜ਼ ਪੈਦਾ ਕਰ ਦਿੱਤੀ। ਵਾਹਿਗੁਰੂ ਨੇ ਕਿਵੇਂ ਸਾਰੀ ਸ੍ਰਿਸ਼ਟੀ ਪੈਦਾ ਕਿਵੇਂ ਕਰ ਦਿੱਤੀ, ਬੜਾ ਇੱਕ ਵਿਸਮਾਦ ਹੋ ਜਾਂਦਾ ਵਾ। ਪਰ ਉਹ ਵਾਹਿਗੁਰੂ ਹੈਗਾ ਹੀ, ਉਹਦਾ ਕੋਈ ਖਿਆਲ ਨਹੀਂ ਕਰ ਸਕਦਾ। ਉਹਦੀ ਮਿਹਰ ਦੇ ਨਾਲ ਹੀ ਦੱਸ ਸਕਦਾ। ਸੱਚ 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 ਸਭ ਕੀਨਾ ਸੱਚ, ਔਂਕੜ ਪਾ ਕੇ ਲਿਖਿਆ। ਸਦਾ ਹੀ ਟਿਕਿਆ ਰਹਿਣ ਵਾਲਾ ਵਾ, ਸਦਾ ਹੀ ਟਿਕਿਆ ਰਹਿਣ ਵਾਲਾ ਵਾ, ਮੁਕੰਮਲ ਆ ਆਪਣੇ ਆਪ ਦੇ ਵਿੱਚ।
ਸੱਚ 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 ਸਭ ਕੀਨਾ। ਕੁਛ ਵੀ ਅਧੂਰਾ ਨਹੀਂ ਹੈਗਾ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ। ਉਹਦਾ ਕੀਤਾ ਹੋਇਆ ਹਰੇਕ ਚੀਜ਼ ਬਣਾਈ ਹੋਈ ਸਾਰੀ ਪੂਰੀ ਆ। ਉਹ ਆਪਣੇ ਆਪ ਦੇ ਵਿੱਚ ਬਿਲਕੁਲ ਪਰਫੈਕਟ ਆ। ਆਪਣੇ ਆਪ ਦੇ ਵਿੱਚ ਬਿਲਕੁਲ ਪਰਫੈਕਟ ਆ। ਦੇਖੋ ਬੰਦਾ ਬਣਾਇਆ ਵਾਹਿਗੁਰੂ ਨੇ ਪੂਰਾ ਪਰਫੈਕਟ ਆ। ਇਨਸਾਨ ਬਣਾਇਆ ਪੂਰਾ ਪਰਫੈਕਟ ਆ ਆਪਣੇ ਆਪ ਦੇ ਵਿੱਚ। ਹਾਂ ਉਹਦੇ ਆਪਣੇ ਮਨ ਦੀ ਕਾਢ ਆ। ਮੁੜ ਕੇ ਦੁਬਾਰਾ ਉਹਦੇ ਆਪਣੇ ਮਨ ਦੀ ਕਾਢ ਆ ਕਿ ਨਹੀਂ, ਮੈਂ ਐਵੇਂ ਦਾ ਨਹੀਂ, ਐਵੇਂ ਦਾ ਹੋਣਾ ਚਾਹੀਦਾ ਹੈ। ਫਿਰ ਉਹ ਉਹਦੇ ਵਿੱਚ ਕਾਣ ਛਾਣ ਕਰਨੀ ਸ਼ੁਰੂ ਕਰ ਦਿੰਦਾ। ਉਹ ਵਾਹਿਗੁਰੂ ਨੂੰ ਚੰਗੀ ਨਹੀਂ ਲੱਗਦੀ, ਉਹ ਵਾਹਿਗੁਰੂ ਨੂੰ ਪਸੰਦ ਨਹੀਂ ਗੀ, ਉਹ ਰੱਬ ਨੂੰ ਪਸੰਦ ਨਹੀਂ ਗੀ। ਕਹਿੰਦਾ ਮੈਂ ਤੈਨੂੰ ਬਣਾਇਆ ਬਹੁਤ ਵਧੀਆ ਸੋਹਣਾ ਬਣਾਇਆ ਹੈ ਮੈਂ ਤੈਨੂੰ, ਜਿਨ ਤੂੰ ਸਾਜ ਸ਼ਿਵਾਰ ਸ਼ਿੰਗਾਰਿਆ, ਗਰ ਬਗਨ ਮੈਂ ਜਿਨੇ ਉਬਾਰਿਆ। ਮੈਂ ਬਿਲਕੁਲ ਸਾਜ ਕੇ ਸਵਾਰ ਕੇ ਸ਼ਿੰਗਾਰ ਕੇ ਬਣਾਇਆ ਤੈਨੂੰ, ਪਰ ਤੂੰ ਫਿਰ ਵੀ ਇਹਦੇ ਵਿੱਚ ਕਾਣ ਛਾਣ ਕਰ ਰਿਹਾ। ਉਹ ਬੰਦੇ ਨੂੰ ਸੰਤੋਖ ਨਹੀਂ ਨਾ ਆਉਂਦਾ। ਬਿਨਾਂ ਸੰਤੋਖ ਨਹੀਂ, ਉਹਨੂੰ ਸੰਤੋਖ ਨਹੀਂ ਹੈਗਾ, ਉਹ ਸੰਤੋਖੀ ਨਹੀਂ ਹੈਗਾ, ਉਹਦਾ ਸੁਭਾਅ ਸੰਤੋਖੀ ਨਹੀਂ ਗਾ। ਉਹ ਇਹ ਨਹੀਂ ਸਮਝਦਾ ਕਿ ਜੋ ਵੀ ਵਾਹਿਗੁਰੂ ਨੇ ਮੈਨੂੰ ਪੈਦਾ ਕੀਤਾ ਬਣਾਇਆ ਵਾ ਬਹੁਤ ਸੋਹਣਾ ਬਣਾਇਆ ਵਾ, ਆਪਣੇ ਆਪ ਦੇ ਵਿੱਚ ਮੈਂ ਬਿਲਕੁਲ ਠੀਕ ਬਣਾਇਆ ਮੈਨੂੰ ਵਾਹਿਗੁਰੂ ਨੇ, ਮੈਂ ਇਵੇਂ ਦਾ ਹੀ ਚਾਹੀਦਾ ਹਾਂ। ਫਿਰ ਕਾਣ ਛਾਣ ਕਰਨੀ ਸ਼ੁਰੂ ਕਰਦਾ, ਉਹ ਵਾਹਿਗੁਰੂ ਨੂੰ ਚੰਗੀ ਨਹੀਂ ਲੱਗਦੀ। ਬਸ ਇਹੀ ਇੱਕ ਦੋਸ਼ ਆ ਨਾ, ਤੂੰ ਮੇਰੇ ਬਣਾਏ ਹੋਏ ਨੂੰ ਚੰਗਾ ਨਹੀਂ ਸਮਝਿਆ। ਫਿਰ ਨਰਕਾਂ ਵਿੱਚ ਜਾਣਾ ਪੈਂਦਾ, ਉਹ ਗੇੜੇ ਵਿੱਚ ਘੁਮਾਉਣਾ ਪੈਂਦਾ। ਗੇੜੇ ਵਿੱਚ ਜਦੋਂ ਜੀਅ ਘੁੰਮਦਾ ਫਿਰ ਉਹ ਪਛਤਾਉਂਦਾ ਵਾ। ਸੱਚ 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 ਸਭ ਕੀਨਾ, ਸੱਚ ਸਦਾ ਹੀ ਟਿਕਿਆ ਰਹਿਣ ਵਾਲਾ ਵਾ, ਕੁਛ ਵੀ ਅਧੂਰਾ ਨਹੀਂ ਹੈਗਾ, ਉਸ ਹਮੇਸ਼ਾ ਟਿਕਿਆ ਰਹਿਣ ਵਾਲਾ ਵਾ। ਕੋਟ ਮਦੇ ਕਿਨੇ ਵਿਰਲੇ ਚੀਨਾ, ਪਰ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਗੱਲ ਪਛਾਣੀ ਹੈ। ਕਰੋੜਾਂ ਵਿੱਚੋਂ ਕੋਟ ਮਦੇ ਕਿਨੇ ਵਿਰਲੇ ਚੀਨਾ, ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਇਹ ਗੱਲ ਪਛਾਣੀ ਹੈ। ਸਦਾ ਹੀ ਟਿਕਿਆ ਰਹਿਣ ਵਾਲਾ ਵਾ, ਗੁਰੂ ਦੀ ਕਿਰਪਾ ਦੇ ਨਾਲ ਹੀ ਬਸ। ਜਿੱਥੇ ਗੁਰ ਪ੍ਰਸਾਦ ਕਿੰਨੇ ਵਿਖਿਆਨੀ, ਜਿੱਥੇ ਗੁਰੂ ਦੀ ਕਿਰਪਾ ਹੋਈ, ਜਿੱਥੇ ਗੁਰ ਪ੍ਰਸਾਦ ਵਰਤੀ ਗੱਲ ਉਹਦੀ ਆ। ਜਿੱਥੇ ਜੇ ਵਰਤੀ ਨੀ ਉਹਦੀ ਗੱਲ ਨੀ ਗੀ, ਉਹਦੀ ਗੱਲ ਨੀ ਗੀ। ਉਹਨੇ ਸੱਚ ਨੂੰ ਕਿਵੇਂ ਪਛਾਣਨਾ ਵਾ ਕਿ ਉਹ ਕਿਵੇਂ ਟਿਕਿਆ ਰਹਿਣ ਵਾਲਾ ਵਾ। ਉਹਨੇ ਨੀ, ਕੋਟ ਮਧੇ ਕਿਨੇ ਵਿਰਲੇ ਚੀਨਾ, ਕਿਸੇ ਵਿਰਲੇ ਨੇ ਪਛਾਣਿਆ। ਭਲਾ 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 ਤੇਰਾ ਰੂਪ, ਤੇਰਾ ਰੂਪ ਬਹੁਤ ਪਿਆਰਾ ਵਾਹਿਗੁਰੂ, ਬਹੁਤ ਸੋਹਣਾ ਵਾ, ਅਤ ਸੁੰਦਰ ਅਪਾਰ ਅਨੂਪ। ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਨੇ ਕੀ ਟਾਲਾ। ਤੇ ਬਹੁਤ ਵਾਹਿਗੁਰੂ ਸੋਹਣਾ ਵਾ, ਬਹੁਤ ਸੋਹਣਾ ਵਾ, ਤੇਰਾ ਰੂਪ ਬਹੁਤ ਪਿਆਰਾ ਵਾ, ਅਤ ਸੁੰਦਰ ਅਪਾਰ ਅਨੂਪ। ਇਹ ਬੇਮਿਸਾਲ ਪ੍ਰਭੂ ਤੇਰੀ ਕੋਈ ਮਿਸਾਲ ਨਹੀਂ ਹੈਗੀ, ਅਤ ਸੁੰਦਰ ਅਤ, ਤੇਰੇ ਵਰਗਾ ਹੋਰ ਕੋਈ ਨਹੀਂ ਹੈਗਾ। ਅਪਾਰ ਅਨੂਪ, ਨਿਰਮਲ 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 ਤੇਰੀ ਬਾਣੀ ਵਾਹਿਗੁਰੂ, ਤੇਰੀ ਬੋਲੀ ਬਹੁਤ ਮਿੱਠੀ ਆ, ਤੇਰਾ ਸੁਭਾਅ ਬਹੁਤ ਮਿੱਠਾ ਵਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗੁਣ ਕੋ ਨਾ ਚਿਤਾਰੇ। ਮਿੱਠ ਬੋਲੜਾ ਜੀ ਸੱਜਣ ਸੁਆਮੀ ਮਹਾਰਾਜ ਕਹਿੰਦੇ ਬਹੁਤ ਮਿੱਠਾ ਬੋਲਣ ਵਾਲਾ, ਸੁਭਾਅ ਬਹੁਤ ਮਿੱਠਾ ਵਾ। ਬਾਣੀ ਬੋਲੀ ਉਹਦੀ ਬੋਲੀ ਬਹੁਤ ਮਿੱਠੀ ਹੈ, ਮਿਠਾਸ ਆ ਉਹਦੀ ਬੋਲੀ ਦੇ ਵਿੱਚ। ਘੱਟ ਘੱਟ ਸੁਣੀ ਸਰਵਣ ਵਖਿਆਨੀ, ਵਖਿਆਣੀ ਜੀ ਦੇ ਇੱਕ ਜ਼ਬਾਨ ਦੇ ਨਾਲ ਉਹਦਾ ਵਿਖਿਆਨ ਕਰਨਾ, ਉਹਨੂੰ ਉਚਾਰਨਾ। ਹਰੇਕ ਸਰੀਰ ਵਿੱਚ ਕੰਨਾਂ ਦੇ ਨਾਲ ਘੱਟ ਘੱਟ ਸਰੀਰ ਦੇ ਸੁਣੀ ਜਾ ਸਕਦੀ ਹੈ, ਸਰਵਣ ਕੰਨਾਂ ਦੇ ਨਾਲ। ਵਖਿਆਣੀ ਵਿਖਿਆਨ ਵੀ ਕੀਤਾ ਜਾ ਸਕਦਾ ਉਹਨੂੰ ਜ਼ੁਬਾਨ ਦੇ ਨਾਲ, ਹੁਣ ਬੋਲਿਆ ਵੀ ਜਾ ਸਕਦਾ, ਉਹਨੂੰ ਸੁਣਿਆ ਵੀ ਜਾ ਸਕਦਾ। ਪਵਿੱਤਰ 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 ਪਨੀਤ, ਤੇ ਜਿਹੜਾ ਸੁਣਦਾ ਵਾ ਉਹ ਵੇਖੋ ਪਵਿੱਤਰ 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 ਪਨੀਤ, ਪਵਿੱਤਰ ਹੋ ਗਿਆ ਕਹਿ ਲਓ, ਬਿਲਕੁਲ ਪਵਿੱਤਰ ਹੋ ਗਿਆ। ਘੱਟ ਘੱਟ ਸੁਣੀ ਸਰਵਣ ਵਖਿਆਣੀ, ਉਹੀ ਪਵਿੱਤਰ ਹੋ ਜਾਂਦਾ ਜਿਹੜਾ ਸੁਣਦਾ ਵਾ। ਸੁਣਤੇ ਪਨੀਤ ਕਹਿਤੇ ਪਵਿੱਤ, ਸੁਣਨ ਵਾਲਾ ਪਨੀਤ ਹੋ ਜਾਂਦਾ ਵਾ। 3 ਵਾਰੀ ਪਵਿੱਤਰ ਹੋਵੇ ਤੇ ਫਿਰ ਪਨੀਤ ਹੁੰਦਾ। ਸੁਣਨ ਵਾਲਾ ਪਨੀਤ ਹੋ ਜਾਂਦਾ, ਜੇ ਉਹ ਸੁਣ ਲਏ ਤੇ, ਸੁਣ ਕੇ ਉਹਨੂੰ ਮੰਨ ਲਏ ਤੇ ਕਹਿਣ ਵਾਲਾ ਤੇ ਸ਼ਾਇਦ ਅਜੇ ਪਵਿੱਤਰ ਹੀ ਹੁੰਦਾ ਵਾ।
ਗੁਰੂ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ, ਸੁਣ ਇਹਨੂੰ ਕੰਨਾਂ ਦੇ ਨਾਲ ਸੁਣ, ਧਿਆਨ ਦੇ ਨਾਲ ਕਿ ਕੀ ਕਹਿ ਰਹੇ ਗੁਰੂ ਸਾਹਿਬ ਸਾਨੂੰ। ਤੈਨੂੰ ਮੈਂ ਆਪਣੇ ਵਰਗਾ ਬਣਾਉਣਾ ਚਾਹੁੰਦਾ ਵਾਂ। ਪਰ ਅਜੇ ਸੁਣ ਤੋਂ ਗੱਲ, ਵੇਖੋ ਸੁਣ ਤੋਂ ਗੱਲ ਅਜੇ ਬਾਹਰੀ ਆ। ਸੁਣਨ ਨੂੰ ਸਾਡਾ ਮਨ ਨਹੀਂ ਕਰਦਾ ਅਜੇ, ਫਿਰ ਚੱਲਣ ਨੂੰ ਨਹੀਂ ਕਰਦਾ। ਵੇਖੋ ਕਦੋਂ ਤੋਂ ਆਪਾਂ ਜੇ ਕਹਿ ਲਈਏ ਕਿ ਲੜੀਵਾਰ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ। ਜਿਹੜੀ ਸ਼ਾਮ ਦੀ ਵਿਚਾਰ ਆ ਆਸਾ ਰਾਗ ਦੇ ਵਿੱਚ ਚਲੇ ਗਈ। ਜਿਹੜੀ ਸਵੇਰ ਦੀ ਵਿਚਾਰ ਆ ਇਹ 278 ਅੰਕ ਦੇ ਉੱਪਰ ਆ ਗਈ। ਤੇ ਗੁਰੂ ਸਾਹਿਬ ਨੇ ਕਿੰਨੇ ਸ਼ਬਦ ਸਮਝਾ ਦਿੱਤੇ ਸਾਨੂੰ, ਕਿੰਨੇ ਸ਼ਬਦ ਸਮਝਾਏ ਗੁਰੂ ਸਾਹਿਬ ਨੇ ਸਾਨੂੰ। ਜੇ ਇਹ ਸਾਰੇ ਇੰਨੇ ਸ਼ਬਦ ਦੇ ਇੱਕ ਹੀ ਅੰਦਰ ਵਸ ਜਾਵੇ ਨਾ, ਤੇ ਵੇਖੋ ਭਾਈ ਸੱਜਣ ਬਣਾ ਦਿੱਤਾ, ਜਿਹਨੇ ਆਪਣੀ ਸਰਾਂ ਨੂੰ ਕਤਲਗਾਹ ਬਣਾਇਆ ਸੀ, ਉਹਨੇ ਆਪਣੀ ਸਰਾਂ ਨੂੰ ਧਰਮਸ਼ਾਲ ਬਣਾ ਦਿੱਤਾ। ਭਾਈ ਭੂਮੀਆ ਜਿਹੜਾ ਧਾੜਵੀ ਸੀ, ਲੁੱਟਦਾ ਸੀ, ਉਹ ਚੋਰੀਆਂ ਕਰਦਾ, ਡਾਕੇ ਮਾਰਦਾ ਸੀ, ਉਹ ਭਾਈ ਭੂਮੀਆ ਬਣ ਗਿਆ। ਇੱਕ ਸ਼ਬਦ ਸੁਣਿਆ, ਇੱਕ ਹੀ ਸ਼ਬਦ ਹੀ। ਆਪਣਾ ਜੀਵਨ ਕਿਉਂ ਨਹੀਂ ਅਜੇ ਤੱਕ ਬਦਲਿਆ, ਕਿਉਂ ਨਹੀਂ ਚੇਂਜ ਆਇਆ? ਕਾਰਨ ਇਹ ਹੀ ਕਿ ਅਜੇ ਉਹ ਇਹ ਸ਼ਬਦ ਸਾਡੇ ਅੰਦਰ ਨਹੀਂ ਗਿਆ। ਕਿਤੇ ਨਾ ਕਿਤੇ ਅਸੀਂ ਵੀ ਇੱਥੇ ਅਟਕੇ ਹਾਂ, ਕਿਤੇ ਨਾ ਕਿਤੇ ਅਸੀਂ ਵੀ ਇੱਥੇ ਅਟਕੇ ਹਾਂ। ਜੇ ਸੁਣਿਆ ਨੀ ਗਾ, ਜੇ ਸੁਣਿਆ ਨੀ ਗਾ, ਉਸ ਚੀਜ਼ ਨੂੰ ਸੁਣ ਕੇ ਅਜੇ ਮੰਨਿਆ ਨੀ। ਜਿਹਨੀ ਸੁਣ ਮੰਨਿਆ ਨਾ ਤੇ ਨਾ ਵਾਰੀਆਂ ਬਲਿਹਾਰ ਨੇ ਕਹਿੰਦੇ ਮੈਂ ਉਹਨਾਂ ਤੋਂ ਜਾਣਾ ਜਿੰਨਾ ਸੁਣ ਕੇ ਮੰਨ ਲਿਆ। ਜਿਨ੍ਹਾਂ ਨੇ ਸੁਣਿਆ ਹੀ ਆ ਉਹਨਾਂ ਤੋਂ ਨਹੀਂ, ਜਿੰਨਾ ਜੇ ਮੰਨਿਆ ਨੀ ਗਾ। ਜੇ ਜਿੰਨਾ ਜੇ ਬੋਲਿਆ ਹੀ ਆ ਉਹਨਾਂ ਤੋਂ ਨਹੀਂ। ਬਲਿਹਾਰ ਨੇ ਜਾਣਾ, ਮੈਂ ਵਾਰ ਨੇ ਜਾਣਾ, ਪਰ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹਨਾਂ ਤੋਂ। ਪਵਿੱਤਰ 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 ਪਨੀਤ, ਤਿੰਨ ਵਾਰੀ ਪਵਿੱਤਰ ਹੋਵੇ ਤੇ ਇੱਕ ਵਾਰੀ ਪਨੀਤ ਆ। ਗੁਰੂ ਸਾਹਿਬ ਕਹਿੰਦੇ ਤੂੰ ਸੁਣ ਲਿਆ ਨਾ ਤੂੰ ਪਨੀਤ ਹੋ ਜਾਣਾ। ਕਹਿਣ ਵਾਲਾ ਤਾਂ ਜੇ ਪਵਿੱਤਰ ਹੀ ਹੋਇਆ ਸ਼ਾਇਦ। ਨਾਮ ਜਪੇ ਨਾਨਕ ਮਨ ਪ੍ਰੀਤ, ਨਾਮ ਜਪੇ ਵਾਹਿਗੁਰੂ 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 ਜਪੇ। ਕਿਵੇਂ? ਪ੍ਰੀਤ ਦੇ ਨਾਲ, ਪਿਆਰ ਦੇ ਨਾਲ ਜਪਦਾ ਵਾ। ਅੰਦਰ ਪਿਆਰ ਹੋਵੇ, ਪ੍ਰੇਮਾ ਭਗਤੀ ਹੋਵੇ ਅੰਦਰ, ਉਹਦਾ ਗਲੋਂ ਗਲਾਵਾਂ ਲਾਉਣਾ, ਇੱਕ ਬੋਝ ਸਮਝਣਾ। ਇੱਕ ਆ ਪ੍ਰੇਮਾ ਭਗਤੀ। ਜਿੰਨਾ ਚਿਰ ਅੰਦਰ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਇਹ ਬੋਝ ਬਣਿਆ ਰਹੂਗਾ, ਉਹਨਾਂ ਚਿਰ ਇਹ ਬੋਝ ਬਣਿਆ ਰਹੂਗਾ। ਜਦੋਂ ਪ੍ਰੇਮਾ ਭਗਤੀ ਸ਼ੁਰੂ ਹੋ ਗਈ ਉਦੋਂ ਇਹ ਬੋਝ ਖਤਮ ਹੋ ਜਾਊਗੀ। ਉਦੋਂ ਅੰਦਰੋਂ ਹੋਰ ਜੀਅ ਕਰੂਗਾ, ਹੋਰ 2 ਘੰਟੇ ਨਾ ਬਹਿਲਾਂ, ਹੋਰ ਨਾ ਬਹਿਲਾਂ 10 ਮਿੰਟ, ਹੋਰ ਨਾ ਪਹਿਲਾਂ 10 ਮਿੰਟ। ਕਿਉਂ? ਉਦੋਂ ਉਹ ਜਾਗ ਲੱਗ ਗਈ ਨਾ ਅੰਦਰੋਂ। ਤੇ ਭਗਤ ਜੀ ਕਹਿੰਦੇ ਪ੍ਰੇਮ ਭਗਤ ਨਹੀਂ ਉਪਜੇ ਤਾਂ ਤੇ ਰਵਿਦਾਸ ਉਦਾਸ। ਕਹਿੰਦੇ ਅਜੇ ਪ੍ਰੇਮਾ ਭਗਤੀ ਮੇਰੇ ਅੰਦਰ ਪੈਦਾ ਨਹੀਂ ਹੋਈ, ਇਸ ਕਰਕੇ ਮੈਂ ਉਦਾਸ ਹਾਂ। ਕਿਉਂ ਨਹੀਂ ਪੈਦਾ ਹੋਈ? ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਨਾ, ਫਿਰ ਟਾਈਮ ਕੋ ਮਾਇਨਾ ਨਹੀਂ ਰੱਖਦਾ, ਫਿਰ ਨਹੀਂ ਮਨ ਅੱਕਦਾ। ਕਿਉਂ? ਅੰਦਰ ਪਿਆਰ ਆ ਨਾ। ਜੇ ਇਸ ਚੀਜ਼ ਦੇ ਨਾਲ ਸਾਡਾ ਪਿਆਰ ਆ ਨਾ, ਕੋਈ ਵੀ ਚੀਜ਼ ਹੋਵੇ ਉਤੋਂ ਸਾਡਾ ਮਨ ਨਹੀਂ ਅੱਕਦਾ। ਤੇ ਜੇ ਵਾਹਿਗੁਰੂ ਦੇ ਨਾਲ ਪਿਆਰ ਪੈ ਜੇ ਤੇ ਫਿਰ ਸਾਡਾ ਮਨ ਅੱਕੂਗਾ? ਕਦੇ ਨਹੀਂ। ਗੁਰੂ ਸਾਹਿਬ ਕਹਿੰਦੇ ਇਹੀ ਤੇ ਪਿਆਰ ਵਾਹਿਗੁਰੂ ਦੇ ਨਾਲ ਪਾਉਣਾ ਹੈ। ਬਾਕੀ ਜਿੰਨੀਆਂ ਮਰਜ਼ੀ ਚੀਜ਼ਾਂ ਤੋਂ ਪਦ ਖੱਟ ਲੀਆਂ, ਛੈਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸ਼ੇ, ਪਰ ਤ੍ਰਿਪਤੀ ਨਹੀਂ ਆਉਂਦੀ ਤੈਨੂੰ। ਪਰ ਜੇ ਤੂੰ ਵਾਹਿਗੁਰੂ ਦੇ ਨਾਲ ਪਿਆਰ ਪਾ ਲੈਣਾ ਤੇ ਅੰਦਰ ਰਜੇਵਾਂ ਆ ਜਾਣਾ, ਅੰਦਰ ਰਜੇਵਾਂ ਆ ਜਾਣਾ। ਤੂੰ ਇਸ ਕਰਕੇ ਉਹਦੇ ਨਾਲ ਕਿਉਂ ਨਹੀਂ ਪਿਆਰ ਪਾਉਂਦਾ? ਨਾਮ ਜਪੇ ਨਾਮ ਜਪ, ਨਾਨਕ ਮਨ ਪ੍ਰੀਤ ਹੈ। ਨਾਨਕ ਬਸ ਨਾਮ ਦੇ ਨਾਲ ਪਿਆਰ ਪਾ ਕੇ, ਤੇ ਜਿੰਨਾ ਚਿਰ ਪਿਆਰ ਨਹੀਂ ਨਾ ਪੈਂਦਾ ਉਹਨਾਂ ਚਿਰ ਕੁਛ ਨਹੀਂ ਹੁੰਦਾ। ਜਿੰਨਾ ਚਿਰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਨਹੀਂ ਜੁੜਦਾ, ਪ੍ਰੇਮਾ ਭਗਤੀ ਜਿੰਨਾ ਚਿਰ ਸਾਡੇ ਅੰਦਰ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਇਹ ਬੋਝ ਹੀ ਹੈ, ਉਹਨਾਂ ਚਿਰ ਇਹ ਬੋਝ ਹੀ ਰਹੂਗੀ। ਬੋਝ ਕਿਵੇਂ ਆ? ਦੇਖੋ ਇੱਕ ਵਾਰੀ ਇੱਕ ਗੁਰਦੁਆਰਾ ਇੱਥੇ ਕੀਰਤਨ ਕਰਨ ਗਏ, ਸ਼ੁੱਕਰਵਾਰ ਦੇ ਸ਼ੁੱਕਰਵਾਰ ਉਹਨਾਂ ਨੇ ਟਾਈਮ ਰੱਖਿਆ ਹੈ ਕਿ ਆਪਾਂ ਸਿਮਰਨ ਕਰਾਂਗੇ। ਨਹੀਂ ਤੇ ਪਹਿਲੀ ਵਾਰੀ ਗਏ, ਸ਼ਾਇਦ ਸੋਮਵਾਰ ਪਹੁੰਚੇ, ਸ਼ੁੱਕਰਵਾਰ ਆਇਆ ਤੇ ਸ਼ਾਮ ਨੂੰ ਤਿਆਰੀ ਹੋਣ ਲੱਗੀ। ਤੇ ਮੈਂ ਉਹਨਾਂ ਦੇ ਹੈਡ ਗ੍ਰੰਥੀ ਨੂੰ ਪੁੱਛਿਆ ਕਿ ਅੱਜ ਵਾਹਿਗੁਰੂ ਜੀ ਤਿਆਰੀ ਕਾਹਦੀ ਹੋਣ ਰਹੀ ਹੈ ਦਰਬਾਰ ਦੇ ਵਿੱਚ? ਕਹਿੰਦੇ ਅੱਜ ਨਾ ਸਿਮਰਨ ਕਰਨਾ। ਧੰਨ ਭਾਗ
1.5 ਮਹੀਨੇ ਪਿੱਛੋਂ ਇਹ ਗੱਲ ਸੁਣਨ ਨੂੰ ਮਿਲੀ ਹੈ। ਸਿਮਰਨ ਕਰਨਾ ਆਪਾਂ ਬਹਿ ਕੇ, ਸਿਮਰਨ ਕਰਨ ਬੈਠ ਕੇ, ਚਲੋ ਸਿਮਰਨ ਕੀਤਾ ਵੀ, ਪਰ ਉਹ ਤਰੀਕਾ ਥੋੜ੍ਹਾ ਜਿਹਾ ਅਲੱਗ ਹੀ, ਹਾਰਮੋਨੀਅਮ ਦੇ ਨਾਲ, ਤਬਲੇ ਦੇ ਨਾਲ ਹੀ। 1 ਘੰਟਾ ਸਿਮਰਨ ਹੋਇਆ, ਬਾਅਦ ਵਿੱਚ ਬਾਣੀ ਦੀ ਵਿਚਾਰ ਵੀ ਹੋਈ, ਤੇ ਸੰਗਤ ਬਹੁਤ ਜ਼ਿਆਦਾ ਸੀ। ਤੇ ਜਦੋਂ ਸਾਰੇ ਵਾਹਿਗੁਰੂ ਬੋਲਦੇ, ਬੜਾ ਉਹ ਇੱਕ ਆਨੰਦ ਬਣਦਾ ਸੀ ਅੰਦਰ। ਮੈਂ ਕਿਹਾ ਬਾਹਰ ਆਏ, ਮੈਂ ਕਿਹਾ ਵਾਹਿਗੁਰੂ ਬੜਾ ਆਨੰਦ ਸੀ ਅੱਜ। ਮੈਂ ਕਿਹਾ ਕਿਉਂ, ਕਿਹਨੇ ਸ਼ੁਰੂ ਕੀਤਾ ਸੀ ਸਾਰਾ ਕੁਛ? ਤੇ ਉਹ ਕਹਿੰਦਾ ਕਿ ਬਸ ਆਪ ਹੀ ਏਦਾਂ ਕਿਹਾ ਸੀ, ਏਦਾਂ ਕਰਿਆ ਕਰੀਏ, ਤੇ ਹੁਣ ਤੇ ਆਂਦਾ ਉਹ ਲੇਟ ਹੋ ਜਾਈਦਾ ਘਰੋਂ ਵੀ, ਉਹ ਹੋ ਜਾਂਦਾ, ਜੇ ਹੋ ਜਾਂਦਾ। ਉਹਨੂੰ ਇੱਕ ਬੋਝ ਲੱਗ ਰਿਹਾ ਸੀ, ਇੱਕ ਬੋਝ ਆ ਉਹਨੂੰ, ਇੱਕ ਬੋਝ ਹੀ ਲੱਗ ਰਿਹਾ ਹੈ। ਕਿਉਂ ਅੰਦਰ ਅਜੇ ਉਹ ਭਗਤੀ ਦੀ ਜਾਗ ਨਹੀਂ ਲੱਗੀ। ਕਹਿ ਤੇ ਲਿਆ ਵੀ ਏਦਾਂ ਕਰੀਏ, ਓਦਾਂ ਸ਼ੁਰੂ ਹੋ ਗਿਆ, ਮੁੜ ਕੇ ਉਹਨੂੰ ਲੱਗ ਰਿਹਾ ਸੀ ਕਿ ਇਹ ਬੋਝ ਆ, ਨਾ ਹੋਵੇ ਤੇ ਚੰਗਾ, ਵੇਲੇ ਸਿਰ ਘਰ ਅੱਪੜ ਜਾਈਏ ਡਿਊਟੀ ਕਰਕੇ ਆਪਣੀ। ਕਿਉਂ ਅਜੇ ਅੰਦਰ ਪ੍ਰੇਮਾ ਭਗਤੀ ਨੀ। ਬਾਣੀ ਪੜ੍ਹਨ ਵਾਲਾ ਬੰਦਾ ਵਾ, ਬਾਣੀ ਪੜ੍ਹਦਾ ਵਾ, ਬਾਣੀ ਦੀ ਅਰਥ ਵੀ ਕਰਦਾ ਵਾ, ਪਰ ਫਿਰ ਵੀ ਅਜੇ ਨਾਮ ਦੇ ਨਾਲ ਪ੍ਰੀਤੀ ਨੀ, ਤੇ ਉਹਨੂੰ ਬੋਝ ਲੱਗਦਾ, ਨਾਮ ਨੂੰ ਬੋਝ ਲੱਗਦਾ। ਕਿਉਂ ਅਜੇ ਸਮਝ ਨੀ ਨਾ ਅੰਦਰ, ਅਜੇ ਵਾਹਿਗੁਰੂ ਨੇ ਸਮਝ ਨਹੀਂ ਪਾਈ, ਨਾਮ ਦੇ ਪ੍ਰਤੀ ਅਜੇ ਸਮਝ ਨਹੀਂ ਪਾਈ। ਪੜ੍ਹਨ ਵਾਲਾ ਬੰਦਾ ਵੀ ਬਹੁਤ ਸਮਝਦਾ, ਜਿਹੜਾ ਆਮ ਬੰਦਾ ਉਹ ਵਿਚਾਰਾ, ਉਹਦੇ ਤੇ ਵੱਸ ਦੀ ਨੀ ਨਾ ਗੱਲ ਰਹਿ ਗਈ। ਜਿੰਨਾ ਚਿਰ ਵਾਹਿਗੁਰੂ ਨੀ ਨਾ ਸਮਝਾਉਣੀ ਚਾਹੁੰਦਾ ਗੱਲ, ਉਹਨਾਂ ਚਿਰ ਕੋਈ ਸਮਝ ਨਹੀਂ ਸਕਦਾ। ਜਿੰਨਾ ਚਿਰ ਉਹ ਆਪਣੀ ਗੱਲ ਨਹੀਂ ਸਮਝਾਉਣੀ ਚਾਹੁੰਦਾ, ਉਹਨਾਂ ਚਿਰ ਕੋਈ ਸਮਝ ਨਹੀਂ ਸਕਦਾ। ਬਸ ਉਹਦੀ ਕਿਰਪਾ, ਬਾਰ ਬਾਰ ਗੁਰੂ ਸਾਹਿਬ ਇਹੀ ਕਹਿਣਾ, ਗੁਰ ਪ੍ਰਸਾਦ ਨਾਨਕ ਪਹੁ ਛੂਟੇ। ਗੁਰੂ ਦੀ ਕਿਰਪਾ, ਨਾਮ ਜਪੇ ਨਾਨਕ ਮਨ ਪ੍ਰੀਤ। ਬਾਰ ਬਾਰ ਸਾਨੂੰ ਇਹ ਗੱਲ ਸਮਝਾ ਰਹੇ ਆ, ਗੁਰ ਪ੍ਰਸਾਦ ਕਿਨੇ ਵਿਖਿਆਨੀ। ਖੇਡ ਸਾਰੀ ਹੈ ਕੀ ਹੈ, ਗੁਰ ਪ੍ਰਸਾਦ। ਬਸ ਜੋ ਮੂਲ ਮੰਤਰ ਦੇ ਅਖੀਰ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤੀ ਸਾਰੀ ਗੱਲ ਕਰਕੇ, ਮੁੜ ਕੇ ਕਹਿ ਤਾ ਗੁਰ ਪ੍ਰਸਾਦ। ਬਸ ਗੁਰੂ ਦੀ ਕਿਰਪਾ ਦੇ ਦੁਆਰਾ ਤੋਂ ਬੁੱਝ ਸਕਦਾ, ਉਵੇਂ ਬੁੱਝ ਨਹੀਂ ਸਕਦਾ, ਉਵੇਂ ਨੀ ਤੂੰ ਬੁੱਝ ਸਕਦਾ, ਤੇਰੇ ਕੋਲ ਬੁੱਝੀ ਜਾਣੀ ਨੀ ਗੀ। ਖੇਡ ਗੁਰ ਪ੍ਰਸਾਦ ਆ ਸਾਰੀ। ਬਸ ਗੁਰੂ ਸਾਹਿਬ ਸਾਨੂੰ ਬਾਰ ਬਾਰ ਇਹ ਗੱਲ ਸਮਝਾਉਣੀ ਚਾਹੁੰਦੇ, ਕਿਉਂ ਨਾ ਗੁਰੂ ਸਾਹਿਬ ਨੂੰ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ, ਬਸ ਨਾਮ ਦੇ ਨਾਲ ਪਿਆਰ ਲੱਗ ਜਾਏ, ਪਿਆਰ ਬਣ ਜਾਵੇ। ਜੇ ਪਿਆਰ ਬਣ ਗਿਆ ਤੇ ਤ੍ਰਿਸ਼ਨਾ ਬੁੱਝ ਜਾਣੀ ਹੈ, ਫਿਰ ਤ੍ਰਿਸ਼ਨਾ ਬੁੱਝ ਜਾਣੀ ਹੈ। ਫਿਰ ਇਹ ਸਾਰੀਆਂ ਜਿਹੜੀਆਂ ਉਤਲੀਆਂ ਕੰਡੀਸ਼ਨਾਂ ਸੀ ਨਾ, ਗੁਰੂ ਸਾਹਿਬ ਨੇ ਜੋ ਸਾਨੂੰ ਰਹਾਉ ਦੀ ਕਹਿ ਲੋ ਤੁਕ ਵਿੱਚ ਕਿਹਾ ਹੈ ਸ਼ਲੋਕ, ਸੁਖੀ ਵਸੇ ਮਸਕੀਨੀ ਆਪ ਨਵਾਰ ਤਲੇ, ਬੜੇ ਬੜੇ ਹੰਕਾਰੀ ਨਾਨਕ ਗਰਭ ਗਲੇ। ਫਿਰ ਸੁਖੀ ਵਸੇਗਾ ਤੂੰ, ਤੇਰਾ ਸੁਭਾਅ ਬਹੁਤ ਨਿਮਰਤਾ ਵਾਲਾ ਹੋ ਜਾਊਗਾ, ਫਿਰ ਤੂੰ ਸੁਖੀ ਵਸੇਗਾ। ਨਹੀਂ ਤੇ ਨਹੀਂ, ਨਹੀਂ ਤੇ ਪਹਿਲੇ 4 ਪਦੇ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਾਰੀ ਗੱਲ ਖੋਲ ਕੇ ਦੱਸ ਦਿੱਤੀ ਕਿ ਆਹ ਕੰਮ ਹੀ ਐਵੇਂ ਐਵੇਂ ਹੋਣਾ ਹੀ। ਬਸ ਗੁਰੂ ਸਾਹਿਬ ਕਿਰਪਾ ਕਰਨ ਤੇ ਫਿਰ ਇਹ ਸਮਝ ਆ ਸਕਦੀ, ਉਵੇਂ ਸਮਝ ਨਹੀਂ ਆਉਂਦੀ ਬੰਦੇ ਨੂੰ। ਆਪਣੇ ਜ਼ੋਰ ਨਾਲ ਕੋਈ ਨਹੀਂ ਸਮਝ ਸਕਦਾ, ਆਪਣੇ ਜ਼ੋਰ ਨਾਲ ਨਹੀਂ। ਕਿਉਂ ਮੱਤ ਕਿਹਨੇ ਪਾਈ ਆ? ਵਾਹਿਗੁਰੂ ਨੇ। ਮੱਤ ਕਿਹਦੀ ਆ? ਵਾਹਿਗੁਰੂ ਨੇ ਪਾਈ ਅੰਦਰ। ਸਰੀਰ ਕਿਹਨੇ ਦਿੱਤਾ? ਵਾਹਿਗੁਰੂ ਨੇ। ਨਹੀਂ ਬੁੱਝ ਸਕਦਾ, ਜੇ ਉਹ ਆਪ ਕਿਰਪਾ ਕਰੇ ਤੇ ਫਿਰ ਬੁਝਿਆ ਜਾ ਸਕਦਾ ਨਾ, ਉਵੇਂ ਬੁਝਿਆ ਨਹੀਂ ਜਾ ਸਕਦਾ। ਵਾਹਿਗੁਰੂ ਨੂੰ ਦੀ ਖੇਡ ਨੂੰ ਸਮਝਿਆ ਨਹੀਂ ਜਾ ਸਕਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ ਸਾਡੇ ਤੇ, ਸਾਨੂੰ ਇਹ ਗੱਲ ਸਮਝ ਆ ਜੇ, ਇਹ ਗੱਲ ਸਮਝ ਆ ਜੇ, ਬਸ ਗੁਰ ਪ੍ਰਸਾਦ, ਬਸ ਇੰਨੀ ਗੱਲ ਸਾਨੂੰ ਸਮਝ ਆ ਜਾਏ। ਗੁਰੂ ਸਾਹਿਬ ਨੂੰ ਅਰਦਾਸ ਕਰਦੇ ਰਹੀਏ, ਜਦੋਂ ਵੀ ਆਪਾਂ ਸੰਗਤ ਜਾਈਏ ਨਾ, ਗੁਰੂ ਸਾਹਿਬ ਨੂੰ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਸਾਨੂੰ। ਤੁਹਾਡੀ ਖੇਡ ਹੈ ਨਾ ਜਿਹੜੀ ਨਾਮ ਜਪਣ ਵਾਲੀ, ਪ੍ਰੇਮਾ ਭਗਤੀ, ਬਸ ਦੀ ਜਾਗ ਲੱਗ ਜਾਵੇ ਸਾਡੇ ਅੰਦਰ, ਨਾਮ ਜਪਣਾ ਸ਼ੁਰੂ ਕਰ ਦਈਏ। ਹਰ ਸਾਹ ਦੇ ਨਾਲ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਈਏ, ਤੁਹਾਡੀ ਬਖਸ਼ਿਸ਼ ਹੋ ਜਾਏ। ਕਿ ਉਹ ਨਾਮ ਹੀ ਦਾਰੂ ਆ, ਬਸ ਨਾਮ ਹੀ ਦਾਰੂ ਆ। ਹਰੇਕ ਦੁੱਖ ਦਾ ਦਾਰੂ ਆ ਜਿਹੜਾ, ਉਹ ਨਾਮ ਹੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸਾਧ ਸੰਗਤ ਬਖਸ਼ਣ ਜੋਗ ਜੇ ਬਖਸ਼ਣਾ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਜੋਗ ਹਨ, ਬਖਸ਼ ਲੈਣ। ਮਿਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।